ਜਦੋਂ ਸ਼ੁਰੂਆਤ ਉਹ ਜੇਲ੍ਹ ਦੇ ਵਿੱਚ ਗਿਆ ਸੀ ਤੇ ਕਦੇ ਉਹ ਆਪਣਾ ਅਟੈਚੀ ਨਾਲ ਲੈ ਕੇ ਪਹੁੰਚ ਗਿਆ ਸੀ, ਹਨੀਪ੍ਰੀਤ ਨੂੰ ਵੀ ਹੈਲੀਕਾਪਟਰ ਦੇ ਨਾਲ ਬਿਠਾ ਲਿਆ ਤੇ ਉਹ ਬੜੇ ਸ਼ਾਨੋ ਸ਼ੌਕਤ ਨਾਲ ਜਾ ਰਿਹਾ ਸੀ ਕਿਉਂਕਿ ਇਸ ਤਰ੍ਹਾਂ ਦੇ ਲਾਈਫ ਸਟਾਈਲ ਦੇ ਵਿੱਚ ਉਹ ਰਹਿ ਚੁੱਕਾ ਸੀ ਕਿ ਜਿੱਥੇ ਸਾਰੇ ਉਹਨੂੰ ਸਲਾਮਾਂ ਹੀ ਕਰਦੇ ਸਨ ਤੇ ਮੰਤਰੀ ਦੇ ਉਹਦੇ ਆ ਕੇ ਪੈਰਾਂ ਦੇ ਵਿੱਚ ਬੈਠਦੇ ਸੀ। ਇੰਨੀ ਜ਼ਿਆਦਾ ਚੱਲਦੀ ਸੀ ਕਿ ਸਜ਼ਾ ਸੁਣਨ ਤੋਂ ਬਾਅਦ ਉਹ ਹੈਲੀਕਾਪਟਰ ਵਿੱਚ ਇਸ ਤਰ੍ਹਾਂ ਗਿਆ ਜਿਵੇਂ ਕੋਈ VIP ਜਾ ਰਿਹਾ ਹੋਵੇ ਤੇ ਪੁਲਿਸ ਮੁਲਾਜ਼ਮ ਉਸ ਦਾ ਸਮਾਨ ਚੁੱਕੀ ਫਿਰਦੇ ਸਨ। ਪਰਲੋ ਨਾਲ ਹੁਣ ਥੋੜਾ ਜਿਹਾ ਪਤਾ ਲੱਗਦਾ ਹੈ ਕਿ ਉਸ ਨੂੰ ਕੁਝ ਨਾ ਕੁਝ ਫੈਸਿਲਿਟੀਜ਼ ਮਿਲ ਰਹੀਆਂ ਨੇ ਤੇ ਸਰਕਾਰ ਹੁਣ ਨਰਮ ਰੁਖ ਜਿਹੜਾ ਬਾਬੇ ਪ੍ਰਤੀ ਦਿਲ ਦੇ ਵਿੱਚ ਰੱਖਦੀ ਹੈ। ਪਰ ਹੈ ਤੇ ਉਹ ਬਲਾਤਕਾਰੀ ਕਾਤਲ ਸਾਧ ਹੈ। ਸੌਦਾ ਸਾਧ ਦੀ ਇਜਾਰੇਦਾਰੀ ਤੇ ਉਸ ਦੀ ਬਾਦਸ਼ਾਹਤ ਭਾਵੇਂ ਜੇਲ੍ਹ ਦੇ ਵਿੱਚ ਬੈਠਾ ਹੀ ਹੈ ਉਹ ਉਵੇਂ ਹੀ ਕਾਇਮ ਹੈ ਡੇਰੇ ਦੇ ਵਿੱਚ। ਸੋਸ਼ਲ ਮੀਡੀਆ ਨੂੰ ਪ੍ਰੋਪਰ ਸਮਝਣਾ ਤੇ ਇਹਦੀ ਮਿਸਯੂਜ਼ ਇਹਦਾ ਜਿਹੜਾ ਕਰਨਾ ਹੈ, ਇਹ ਦੋ ਕਾਰਨ ਮੁੱਢਲੇ ਤੌਰ ਤੇ ਜਿਹੜੇ ਅੱਖੋਂ ਓਹਲੇ ਨੇ ਉਹ ਜ਼ਿੰਮੇਵਾਰ ਨੇ ਇਹੋ ਜਿਹੀਆਂ ਘਟਨਾਵਾਂ ਨੂੰ ਵਧਾਉਣ ਹਿੱਤ। ਤੇ ਸਰਕਾਰਾਂ ਜੋ ਪਹਿਲਾਂ ਅੱਜ ਤੱਕ ਅਸੀਂ ਸੁੱਤੀਆਂ ਵੇਖੀਆਂ ਨੇ ਇੱਦਾਂ ਦੇ ਮੁੱਦੇ ਤੇ, ਜਿਨ੍ਹਾਂ ਨੇ ਧਰਮ ਦੇ ਨਾਂ ਤੇ ਕੋਈ ਨਾ ਕੋਈ ਜਿਹੜੀ ਗੱਲ ਹੁੰਦੀ ਸੀ ਉਸ ਵਿੱਚ ਜਾਂ ਤੇ ਬਿਲਕੁਲ ਇੱਕ ਸਾਈਡ ਲਈ ਤੇ ਜਾਂ ਬਿਲਕੁਲ ਨਿਊਟਰਲ ਜਿਹਾ ਰਹਿ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਨਾ ਉਹਨਾਂ ਦਾ ਕੋਈ ਸਵਾਰਿਆ ਤੇ ਨਾ ਉਹਨਾਂ ਦਾ ਸਵਾਰਿਆ ਤੇ ਨਾ ਮਸਲੇ ਦਾ ਹੱਲ ਕੀਤਾ। ਪਰ ਲੱਗਦਾ ਨਹੀਂ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਗੁਸਤਾਖੀ ਹੈ ਜਾਂ ਅਣਗਹਿਲੀ ਹੈ ਉਸ ਨੂੰ ਗਾਂਹ ਵਾਸਤੇ ਹੋਣ ਦੇਵੇਗੀ। ਉਹਨੇ ਕਿਹਾ ਕਿ ਦੇਖੋ ਪੰਜਾਬ ਵਿੱਚ ਹਿੰਦੂ ਤੇ ਸਿੱਖਾਂ ਦਾ ਬਹੁਤ ਸੋਹਣਾ ਰਿਸ਼ਤਾ ਆ ਤੇ ਇਸ ਰਿਸ਼ਤੇ ਨੂੰ 200-400 ਲੋਕ ਜਿਹੜੇ ਨੇ ਉਹ ਖਰਾਬ ਕਰ ਰਹੇ ਨੇ। ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ 200-400 ਲੋਕ ਖਰਾਬ ਕਰ ਰਹੇ ਨੇ, ਪਰ ਬਦਕਿਸਮਤੀ ਵਾਲੀ ਗੱਲ ਹੈ ਕਿ ਇਹਨਾਂ 200-400 ਦੇ ਵਿੱਚ ਸਭ ਤੋਂ ਮੋਹਰਲੀ ਸੂਚੀ ਜੇ ਬੰਦੇ ਲਿਸਟ ਬਣਾਉਣੀ ਹੋਵੇ ਤੇ ਹਰੀਸ਼ ਸਿੰਗਲਾ ਵਾਲਿਆਂ ਦਾ ਉੱਪਰ ਨਾਮ ਆਏਗਾ। ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਪਿਛਲੇ ਵਿੱਤੀ ਵਰ੍ਹੇ ਦੇ ਵਿੱਚ ਇਹ ਤਕਰੀਬਨ 2,80,000 ਕਰੋੜ ਦਾ ਸੀ। ਹੁਣ ਇੰਨਾ ਵੱਡਾ ਕਰਜ਼ਾ ਪੰਜਾਬ ਇਸ ਦਾ ਕੀ ਮੋੜ ਰਿਹਾ? ਨਾਜਾਇਜ਼ ਮਾਈਨਿੰਗ ਨੇ ਖਾ ਲਿਆ ਪੰਜਾਬ ਨੂੰ। ਜੇ ਇਸ ਗੱਲ ਨੂੰ ਸਿੱਧਾ ਕਾਬੂ ਕੀਤਾ ਜਾਵੇ, ਇਸ ਤੇ ਨਕੇਲ ਕੱਸੀ ਜਾਵੇ ਤੇ ਮਾਈਨਿੰਗ ਦੇ ਜ਼ਰੀਏ 5,000 ਕਰੋੜ ਹੋਰ ਪੰਜਾਬ ਸਰਕਾਰ ਦੀ ਝੋਲੀ ਵਿੱਚ ਪੈਂਦਾ ਹੈ। ਚੋਰ ਬਜ਼ਾਰੀ, ਲੁੱਟ ਮਾਰ ਤੇ ਠੱਗੀ ਤੇ ਜੋ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦਾ ਕੰਮ ਪਿਛਲੇ 17-75 ਸਾਲਾਂ ਦੇ ਵਿੱਚ ਹੋਇਆ, ਇਹ ਐਵੇਂ ਠੀਕ ਨਹੀਂ ਹੋਣਾ। ਪਰ ਸਮੱਸਿਆ ਬਹੁਤ ਗੰਭੀਰ ਹੈ। ਪਰ ਮੋਟਾ ਜਿਹਾ ਅੰਦਾਜ਼ਾ ਕਿ ਮੈਂ ਤੁਹਾਨੂੰ ਦੱਸ ਦਿੱਤਾ ਹੈ, ਪੰਜਾਬ ਦਾ ਕਰਜ਼ਾ ਕੁਝ ਵੀ ਨਹੀਂ, ਆਟੇ 'ਚ ਲੂਣ ਹੋਵੇਗਾ ਜੇ ਅਸੀਂ ਆਪਣੇ ਸਾਰੇ ਸੋਮੇ ਸਾਂਭ ਲਏ। ਇਲੀਗਲ ਨੂੰ ਤੇ ਇੱਕ ਪਾਸੇ ਰੱਖ ਦਿਓ, ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਜਿਸ ਦੇ ਨਾਲ ਰੇਤਾ ਕੱਢੀ ਜਾਂਦੀ ਹੈ, ਲੀਗਲ ਤਰੀਕੇ ਨਾਲ ਵੀ ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਈਟਸ ਆਇਡੈਂਟੀਫਾਈ ਕੀਤੀਆਂ ਗਈਆਂ ਉੱਤਰੀ ਭਾਰਤ ਦੇ ਵਿੱਚ ਜਿੱਥੋਂ ਰੇਤਾ ਜਿਹੜੀ ਹੈ ਧੜਾ ਧੜ ਕੱਢੀ ਜਾ ਰਹੀ ਹੈ ਤੇ ਸਰਕਾਰਾਂ ਨੂੰ ਅੰਦਾਜ਼ਾ ਹੀ ਕੋਈ ਨਹੀਂ ਕਿ ਸਾਡਾ ਅਕਸਰ ਬਣੇਗਾ। ਰੇਤਾ ਦੇ ਮਾਮਲੇ ਦੇ ਵਿੱਚ ਸਰਕਾਰਾਂ ਸੁੱਤੀਆਂ ਕਿਉਂ ਪਈਆਂ ਨੇ? ਕਿਉਂਕਿ ਇਸ ਦੇ ਨਾਲ ਮਾਫੀਆ ਰਾਜ ਸਥਾਪਿਤ ਹੋ ਚੁੱਕਾ ਹੈ ਭਾਰਤ ਵਿੱਚ ਤੇ ਮਾਫੀਆ ਰਾਜ ਸਿੱਧੇ ਤੌਰ ਤੇ ਸਿਆਸਤਦਾਨਾਂ ਨਾਲ ਜੁੜਿਆ ਹੁੰਦਾ ਹੈ। 100 ਮੰਜ਼ਲੀਆਂ ਇਮਾਰਤਾਂ ਤੇ ਖੜੀਆਂ ਕਰ ਲਈਆਂ, ਪਰ ਉਹਨਾਂ ਨੂੰ ਖੜੇ ਕਰਨ ਵਾਸਤੇ ਜੋ ਅਸੀਂ ਖੜੇ 'ਚ ਵਰਤ ਰਹੇ ਹਾਂ, ਇਹ ਭਾਈ ਸਾਨੂੰ ਖੁੱਲ੍ਹਾ ਮਿਲਣਾ ਨਹੀਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਗੱਲ ਛੇਤੀ ਤੋਂ ਛੇਤੀ ਸਮਝ ਲੈਣੀ ਚਾਹੀਦੀ। ਬੋਰਿਸ ਜੌਨਸਨ ਭਾਰਤ ਦੇ ਦੌਰੇ ਤੇ ਆਏ ਸੀ ਤੇ ਉੱਥੇ ਆਉਣ ਤੋਂ ਪਹਿਲਾਂ, ਭਾਰਤ ਆਉਣ ਤੋਂ ਪਹਿਲਾਂ ਉਹਨੇ ਕੁਝ ਵਾਅਦੇ ਕੀਤੇ ਸੀ ਉੱਥੇ ਲੋਕਾਂ ਨਾਲ ਬਹਿ ਤੇ ਮੀਡੀਆ ਨਾਲ ਗੱਲਬਾਤ 'ਚ ਕਿ ਭਾਰਤ ਵਿੱਚ ਜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਹੋਵੇਗੀ, ਜੇ ਕੋਈ ਕੰਸਰਨ ਹੈ ਤੇ ਮੈਂ ਉਹਨਾਂ ਨਾਲ ਗੱਲ ਜ਼ਰੂਰ ਕਰਕੇ ਆਵਾਂਗਾ। ਤੇ ਇੱਥੇ ਆ ਕੇ ਸਾਹਿਬ ਜੀ ਪਤਾ ਨਹੀਂ ਕਿੱਥੇ ਗਵਾਚ ਗਏ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਰੇਤ ਬਾਰੇ ਕੋਈ ਸਨਸਨੀਖੇਜ਼ ਖੁਲਾਸਾ ਹੋਇਆ, ਉਹ ਤਫਸੀਲ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਤੋਂ ਇਲਾਵਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਨਾਲ ਵਿਵਾਦ ਜੁੜ ਗਏ ਨੇ। ਕੀ ਨੇ ਵਿਵਾਦ, ਕੌਣ ਕੀ ਕਹਿੰਦਾ, ਉਹ ਵੀ ਤੁਹਾਨੂੰ ਦੱਸਾਂਗੇ। ਤੇ ਪੰਜਾਬ ਦੀ ਆਮਦਨੀ ਵਧਾ ਅਸੀਂ ਕਿੱਦਾਂ ਸਕਦੇ ਹਾਂ, ਇੱਕ ਰਿਪੋਰਟ ਛਪੀ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਹੋਰ ਵੀ ਪੰਜਾਬ ਦੇ ਪੱਖ ਦੇ ਹੋਏ ਮੁੱਦਿਆਂ ਤੇ ਗੱਲਬਾਤ ਕਰਾਂਗੇ। ਤੇ ਸਟੂਡੀਓ 'ਚ ਇਸ ਵੇਲੇ ਐਜ਼ ਐਨ ਐਕਸਪਰਟ ਮੇਰੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭ। ਕੁਲਦੀਪ ਜੀ, ਇਸ ਤੋਂ ਪਹਿਲਾਂ ਕਿ ਜਿਹੜੇ ਮੁੱਦੇ ਮੈਂ ਦਰਸ਼ਕਾਂ ਨੂੰ ਦੱਸੇ ਨੇ ਉਸ ਤੋਂ ਸ਼ੁਰੂ ਕਰੀਏ। ਮੈਂ ਗੱਲ ਬਾਬੇ ਦੀ ਕਰਨਾ ਚਾਹੁੰਦੀ। ਸੋ ਕਾਲਡ ਬਾਬਾ ਰਾਮ ਰਹੀਮ, ਜਿਹੜਾ ਕਿ ਵੱਡੇ ਵੱਡੇ ਗੁਨਾਹ ਕਰਕੇ ਇਸ ਵੇਲੇ ਸੁਨਾਰੀਆ ਜੇਲ੍ਹ 'ਚ ਬੰਦ ਹੈ
ਤੇ ਖਬਰਾਂ ਆ ਰਹੀਆਂ ਸੀ ਕਿ ਬਾਬਾ ਤੇ ਹੁਣ ਅੰਦਰ ਚਲਾ ਗਿਆ, ਪਤਾ ਨਹੀਂ ਬਾਹਰ ਆਊ ਕਿ ਨਹੀਂ ਆਊ, ਤੇ ਖੌਰੇ ਗੱਦੀ ਜਿਹੜੀ ਹਨੀਪ੍ਰੀਤ ਨੂੰ ਮਿਲ ਜਾਣੀ ਆ। ਤੇ ਬਾਬਾ ਲਗਾਤਾਰ ਚਿੱਠੀਆਂ ਵੀ ਪਾਉਂਦਾ ਰਹਿੰਦਾ ਬਾਹਰ। ਹੁਣ ਉਹਨੇ ਚਿੱਠੀ ਪਾਈ ਹੈ ਤੇ ਗੱਦੀ ਬਾਰੇ ਕੁਝ ਕਿਹਾ ਆ, ਤੇ ਉਹ ਅਸੀਂ ਦਰਸ਼ਕਾਂ ਨੂੰ ਦੱਸ ਦਈਏ। ਦੇਖੋ, ਗੱਲ ਇਹ ਆ, ਬਾਬੇ ਦੀ ਜਾਨ ਥੋੜੀ ਜਿਹੀ ਪਿਛਲੇ ਕੁਝ ਮਹੀਨਿਆਂ 'ਚ ਸੁਖਾਲੀ ਹੋਈ ਹੈ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਭੇਤ ਭਰੇ ਹਾਲਾਤਾਂ ਦੇ ਵਿੱਚ ਉਹ ਜੇਲ੍ਹ 'ਚ ਰਹਿੰਦਾ ਹੈ। ਤੁਹਾਨੂੰ ਪਤਾ ਹੈ, ਜਦੋਂ ਸ਼ੁਰੂਆਤ ਉਹ ਜੇਲ੍ਹ ਦੇ ਵਿੱਚ ਗਿਆ ਸੀ ਤੇ ਕਦੇ ਉਹ ਆਪਣਾ ਅਟੈਚੀ ਨਾਲ ਲੈ ਕੇ ਪਹੁੰਚ ਗਿਆ ਸੀ, ਹਨੀਪ੍ਰੀਤ ਨੂੰ ਵੀ ਹੈਲੀਕਾਪਟਰ ਦੇ ਨਾਲ ਬਿਠਾ ਲਿਆ, ਤੇ ਉਹ ਬੜੇ ਸ਼ਾਨੋ ਸ਼ੌਕਤ ਨਾਲ ਜਾ ਰਿਹਾ ਸੀ, ਕਿਉਂਕਿ ਇਸ ਤਰ੍ਹਾਂ ਦੇ ਲਾਈਫ ਸਟਾਈਲ ਦੇ ਵਿੱਚ ਉਹ ਰਹਿ ਚੁੱਕਾ ਹੈ ਸੀ ਕਿ ਜਿੱਥੇ ਸਾਰੇ ਉਹਨੂੰ ਸਲਾਮਾਂ ਹੀ ਕਰਦੇ ਸਨ ਤੇ ਮੰਤਰੀ ਦੇ ਉਹਦੇ ਆ ਕੇ ਪੈਰਾਂ ਦੇ ਵਿੱਚ ਬੈਠਦੇ ਸੀ। ਇੰਨੀ ਜ਼ਿਆਦਾ ਚੱਲਦੀ ਸੀ ਕਿ ਸਜ਼ਾ ਸੁਣਨ ਤੋਂ ਬਾਅਦ ਉਹ ਹੈਲੀਕਾਪਟਰ ਵਿੱਚ ਇਸ ਤਰ੍ਹਾਂ ਗਿਆ ਜਿਵੇਂ ਕੋਈ VIP ਜਾ ਰਿਹਾ ਹੋਵੇ ਤੇ ਪੁਲਿਸ ਮੁਲਾਜ਼ਮ ਉਸ ਦਾ ਸਮਾਨ ਚੁੱਕੀ ਫਿਰਦੇ ਸਨ। ਸੁਨਾਰੀਆ ਜੇਲ੍ਹ ਪਹੁੰਚ ਗਿਆ ਤੇ ਫਿਰ ਜਾ ਕੇ ਵੀ ਇਹਨੂੰ ਅਹਿਸਾਸ ਨਹੀਂ ਹੋਇਆ। ਕਦੇ ਉਹ ਹਨੀਪ੍ਰੀਤ ਨੂੰ ਮਿਲਣ ਦੀ ਇੱਛਾ ਪ੍ਰਗਟਾਉਂਦਾ ਰਿਹਾ ਤੇ ਕਦੀ ਕਹਿੰਦਾ ਰਿਹਾ ਕਿ ਮੈਨੂੰ ਇੱਥੇ ਸੌਣ ਲਈ ਵਧੀਆ ਨਹੀਂ ਹੈ, ਤੇ ਕਈ ਦਿਨ ਤੇ ਉਸਨੇ ਖਾਧਾ ਹੀ ਕੁਛ ਨਹੀਂ। ਮਹਿੰਦੀ ਵੀ ਮੰਗਦਾ ਹੈ, ਮਹਿੰਦੀ ਵੀ ਮੰਗੀ, ਡਾਈ ਵੀ ਮੰਗੀ ਕਿ ਦਾੜੀ ਮੇਰੀ ਚਿੱਟੀ ਹੋ ਗਈ ਹੈ ਤੇ ਮੈਨੂੰ ਹੁਣ ਬੁਰੀ ਲੱਗਦੀ ਹੈ ਉਹ, ਤੇ ਮੈਂ ਤੇ ਜਵਾਨ ਆ ਤੇ ਮੈਨੂੰ ਜਿਹੜਾ ਹੈ ਨਾ ਕੋਈ ਇਸ ਤਰ੍ਹਾਂ ਦਾ ਸਿਸਟਮ ਕੀਤਾ ਜਾਵੇ ਜਿਹਦੇ ਨਾਲ ਮੇਰੇ ਸ਼ੌਕ ਜਿਹੜੇ ਨੇ ਪੂਰੇ ਹੋ ਸਕਣ। ਫਿਰ ਕਹਿੰਦੇ ਨੇ ਕਥਿਤ ਤੌਰ ਤੇ ਕਿ ਉਹਨੂੰ ਮਾੜਾ ਮੋਟਾ ਅਹਿਸਾਸ ਹੋਇਆ ਕਿ ਜੇਲ੍ਹ ਹੁੰਦੀ ਹੈ ਭਾਈ, ਇਹ ਕੋਈ ਪਿਕਨਿਕ ਤੇ ਨਹੀਂ ਆਏ ਹੋਏ। ਹੁਣ ਜੇਲ੍ਹ ਦੇ ਵਿੱਚ ਬੈਠਿਆ ਹੋਇਆ ਉਹਨੂੰ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਮਿਲਦੀਆਂ ਨੇ, ਉਹਦੀ ਕਦੇ ਕੋਈ ਫੋਟੋ ਨਹੀਂ ਨਿਕਲ ਕੇ ਬਾਹਰ ਆਉਂਦੀ, ਆਮ ਤੌਰ ਤੇ ਕਈ ਵਾਰੀ ਆ ਵੀ ਜਾਂਦੀਆਂ ਨੇ। ਪਰ ਸੁਨਾਰੀਆ ਜੇਲ੍ਹ ਦੇ ਵਿੱਚ ਉਸ ਨੂੰ ਮਿਲਣ ਵਾਸਤੇ ਕਈ ਲੋਕ ਆਉਂਦੇ ਜਾਂਦੇ ਵੀ ਨੇ, ਪਰਿਵਾਰਕ ਮੈਂਬਰ ਵੀ ਆਉਂਦੇ ਜਾਂਦੇ ਨੇ, ਡੇਰੇ ਦੇ ਮੈਂਬਰ ਵੀ, ਤੇ ਨਾਲ ਪੰਜਾਬ ਦੀ ਇੱਕ ਜਾਂਚ ਟੀਮ ਜਿਹੜੀ ਹੈ ਉਸ ਕੋਲ 2 ਵਾਰੀ ਜਾ ਕੇ ਆਈ ਹੈ, ਤੇ ਹੁਣ ਫਿਰ ਪ੍ਰੋਡਕਸ਼ਨ ਵਾਰੰਟ ਉਸ ਤੇ ਜਾਰੀ ਹੋਏ ਨੇ। ਤੇ ਕੀ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ, ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਕੁਝ ਪੱਕਾ ਪਤਾ ਨਹੀਂ ਹੈ। ਪਰ ਜਿਹੜੀ ਉਹਨੂੰ ਫਰਲੋ ਮਿਲਦੀ ਹੈ, ਫਰਲੋ ਤੋਂ ਕੁਝ ਗੱਲਾਂ ਦਾ ਅੰਦਾਜ਼ਾ ਲੱਗਦਾ ਹੈ। ਮੈਂ ਰਾਮ ਕਹਾਣੀ ਇਸ ਕਰਕੇ ਪਹਿਲਾਂ ਸੁਣਾ ਰਿਹਾ ਕਿ ਫਰਲੋ ਨਾਲ ਹੁਣ ਥੋੜ੍ਹਾ ਜਿਹਾ ਪਤਾ ਲੱਗਦਾ ਹੈ ਕਿ ਉਸ ਨੂੰ ਕੁਝ ਨਾ ਕੁਝ ਫੈਸਿਲਿਟੀਜ਼ ਮਿਲ ਰਹੀਆਂ ਨੇ ਤੇ ਸਰਕਾਰ ਹੁਣ ਨਰਮ ਰੁਖ ਜਿਹੜਾ ਬਾਬੇ ਪ੍ਰਤੀ ਦਿਲ ਦੇ ਵਿੱਚ ਰੱਖਦੀ ਹੈ। ਪਰ ਹੈ ਤੇ ਉਹ ਬਲਾਤਕਾਰੀ ਕਾਤਲ ਸਾਧ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਅਦਾਲਤ ਤੋਂ ਮਿਲੀ ਹੋਈ ਸਜ਼ਾ ਉਸ ਨੂੰ, ਕੇਸ ਚੱਲ ਰਹੇ ਨੇ, ਉਹਨੇ ਅਪੀਲ ਅੱਗੇ ਪਾਈ ਹੋਈ ਹੈ, ਪਰ ਘਿਨਾਉਣੇ ਅਪਰਾਧਾਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ। ਔਰ ਇੰਨੇ ਵੱਡੇ ਅਪਰਾਧ ਜਿਸ ਦੀ ਧੂਮ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਪਈ ਤੇ ਫਿਰ ਉਸ ਨੂੰ ਸਜ਼ਾ ਹੋਈ ਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ ਤੇ ਪਤਾ ਨਹੀਂ ਕਿੰਨੇ ਲੋਕਾਂ ਨੇ ਜਾਨਾਂ ਗਵਾ ਦਿੱਤੀਆਂ ਨੇ। ਪਰ ਭਗਤ ਤੇ ਭਗਤ ਹੁੰਦੇ ਨੇ, ਅੰਨੇ ਭਗਤ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਉਹ ਡੇਰਾ ਪ੍ਰੇਮੀ ਆਖਦੇ ਨੇ। ਇਹ ਵੋਟ ਰਾਜਨੀਤੀ ਦੇ ਵਿੱਚ ਵੀ ਬਾਬੇ ਨੂੰ ਖੂਬ ਵਰਤਿਆ ਜਾਂਦਾ। ਪਰ ਗੱਲ ਇਹ ਹੈ ਕਿ ਬੜੀ ਖੁਸ਼ੀ ਇਸ ਗੱਲ ਦੀ ਵੀ ਇਸ ਵਾਰੀ ਵੀ ਵਰਤਿਆ ਵੀ ਗਿਆ, ਤੇ ਪਰ ਬਾਬੇ ਦੀ ਵਰਤਣ ਨੂੰ ਕੁਝ ਉਸ ਨਾਲ ਬਣਿਆ ਕੁਝ ਨਹੀਂ, ਉਹ ਜਿਉਂਦਾ ਤਿਉਂ ਰਹਿ ਗਿਆ। ਪਰ ਬਾਬਾ ਅਜੇ ਵੀ ਕੁਝ ਨਾ ਕੁਝ ਅੜੀ ਰਖਾਉਂਦਾ ਹੈ ਤੇ ਕੁਝ ਗੱਲ ਉਸ ਦੇ ਵਿੱਚ ਹੈ। ਉਹ ਇਹ ਹੈ, ਉਹਨੇ ਆਪਣੇ ਪੈਰੋਕਾਰਾਂ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ, ਜੋ ਪਿਛਲੇ ਦਿਨਾਂ ਵਿੱਚ ਸਿਰਸੇ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਈ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮ, 29 ਜੋੜਿਆਂ ਦੇ ਵਿਆਹ ਵੀ ਕੀਤੇ ਗਏ ਤੇ ਬੀਬੀਆਂ ਨੂੰ ਨੱਚਦੇ ਹੋਏ ਉੱਥੇ ਵੇਖਿਆ ਜਾ ਸਕਦਾ ਸੀ। ਉਹਨਾਂ ਦੇ ਸਮੂਹਕ ਵਿਆਹ ਵੀ ਕਰਵਾਏ ਤੇ ਹੋਰ ਕਈ ਐਲਾਨ ਕੀਤੇ ਗਏ, ਤੇ ਕਿਸੇ ਦੇ ਕਨਸੂਆਂ ਪੈ ਰਹੀਆਂ ਸੀ ਕਿ ਬਾਬਾ ਹੁਣ ਸ਼ਾਇਦ ਸਾਰੀ ਉਮਰ ਜੇਲ੍ਹ ਵਿੱਚੋਂ ਬਾਹਰ ਨਾ ਆ ਸਕੇ, ਦੋਹਰੀ ਉਮਰ ਕੈਦ ਭੁਗਤ ਰਿਹਾ ਤੇ ਹੁਣ ਕਿਸੇ ਨੂੰ ਉਸ ਦੀ ਜਗ੍ਹਾ ਤੇ ਬਿਠਾ ਦਿੱਤਾ ਜਾਵੇਗਾ ਤੇ ਗੱਦੀ ਜਿਹੜੀ ਆ ਉਹ ਕਿਸੇ ਹੋਰ ਨੂੰ ਸੌਂਪ ਦਿੱਤੀ ਜਾਵੇਗੀ, ਤੇ ਸੰਭਾਵੀ ਤੌਰ ਤੇ ਹਨੀਪ੍ਰੀਤ ਦਾ ਨਾਮ ਵੀ ਅੱਗੇ ਆ ਰਿਹਾ ਸੀ। ਹੁਣ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਗੱਲਾਂ ਤੇ ਵਿਰਾਮ ਲਾ ਦਿੱਤਾ ਹੈ, ਤੇ ਵਿਰਾਮ ਕਿਨ ਲਾਇਆ? ਖੁਦ ਬਾਬੇ ਨੇ ਚਿੱਠੀ ਲਿਖ ਦਿੱਤੀ ਹੈ, ਤੇ ਚਿੱਠੀ ਉਹਦੀ ਜਿਹੜੀ ਹੈ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਜਿਹੜੇ ਭਗਤ ਉੱਥੇ ਇਕੱਠੇ ਹੋਏ ਸਨ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਮੈਂ ਹੀ ਇਸ ਦਾ ਪ੍ਰਧਾਨ ਆ ਤੇ ਮੈਂ ਹੀ ਇਸ ਦਾ ਮੁੱਖ ਬਾਬਾ ਬਣਿਆ ਰਵਾਂਗਾ। ਸ਼ਾਹ ਸਤਨਾਮ ਦਾ ਡੇਰਾ ਜੋ ਕਈ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਬਾਬੇ ਰਾਮ ਰਹੀਮ ਨੇ ਕਬਜ਼ਾ ਕਰ ਲਿਆ ਸੀ। ਸੌਦਾ ਸਾਧ ਦੀ ਇਜਾਰੇਦਾਰੀ ਤੇ ਉਸ ਦੀ ਬਾਦਸ਼ਾਹਤ, ਭਾਵੇਂ ਜੇਲ੍ਹ ਦੇ ਵਿੱਚ ਬੈਠਾ ਹੀ ਹੈ ਉਹ ਉਵੇਂ ਹੀ ਕਾਇਮ ਹੈ ਡੇਰੇ ਦੇ ਵਿੱਚ, ਤੇ ਉਸ ਦੇ ਨਾਮ ਨੂੰ ਤੇ ਗੁਰੂ ਜੀ ਜਿਹੜੇ ਮਿਸ਼ਨ ਤੇ ਗਏ ਹੋਏ ਆਪਣੇ ਪ੍ਰੇਮੀ, ਉਹ ਕਹਿੰਦੇ ਨੇ ਉਹ ਮਿਸ਼ਨ ਵਾਕਿਆ ਹੀ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਮਿਸ਼ਨ ਤੇ ਹੀ ਹੈ, ਤੇ ਜੇਲ੍ਹ ਵਾਲੀ ਗੱਲ ਕੋਈ ਨਹੀਂ ਤੇ ਸਾਡੇ ਲੋਕਾਂ ਦੀ ਸਮਝ ਵਾਲੀ ਗੱਲ ਕੋਈ ਨਹੀਂ। ਤੇ ਇਹ ਜਿਹੜਾ ਕੰਮ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ, ਇਹ ਸਾਨੂੰ ਪਤਾ। ਡੇਰਾ ਕੁਝ ਸਮੇਂ ਲਈ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਸੀ ਤੇ ਉਸ ਡੇਰੇ ਤੇ ਜਿੰਦੇ ਲੱਗਣ ਵਾਲੀ ਕਹਾਣੀ ਬਣ ਗਈ ਸੀ, ਪਰ ਕੁਝ ਲੋਕ ਡਿਪੈਂਡੈਂਟ ਉਸ 'ਤੇ ਇੰਨੇ ਸਨ ਕਿ ਹਸਪਤਾਲ ਵਗੈਰਾ ਬਣੇ ਹੋਏ ਸੀ, ਬਹੁਤ ਸਾਰੇ ਡਾਕਟਰ, ਲੋਕਾਂ ਦਾ ਇਲਾਜ ਵੀ ਚੱਲ ਰਿਹਾ ਸੀ, ਫਿਰ ਉਸ ਨੂੰ ਕੰਟੀਨਿਊ ਰਹਿਣ ਦਿੱਤਾ ਗਿਆ। ਪਰ ਜਦੋਂ ਸਰਕਾਰੀ ਸਰਪ੍ਰਸਤੀ ਹਾਸਲ ਹੋਵੇ ਤਾਂ ਫਿਰ ਇਸ ਤਰ੍ਹਾਂ ਦੇ ਡੇਰੇ ਜਿਹੜੇ ਹਨ ਉਹਨਾਂ ਨੂੰ ਚਾਲੂ ਹੀ ਰੱਖਿਆ ਜਾਵੇਗਾ। ਬਾਬਾ ਜੇਲ੍ਹ ਵਿੱਚ ਹੀ ਬੈਠਾ ਨਾ, ਜੇਲ੍ਹ ਵਿੱਚ ਕਿਸ ਦੇ ਸਾਹਮਣੇ ਕਿਸ ਨੂੰ ਪਤਾ ਹੈ ਕਿ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਵ ਹੈ, ਕੀ VIP ਟਰੀਟਮੈਂਟ ਹੈ, ਕੀ ਹੋਰ ਕੋਈ ਹੈ, ਜਾਂ ਉਸ ਕੋਲ ਫੋਨ ਵੀ ਹੈ
ਜਾਂ ਕਿਹੜੀ ਫੈਸਿਲਿਟੀ ਉਸ ਨੂੰ ਦਿੱਤੀ ਗਈ ਹੈ ਤੇ Z+ ਸਿਕਿਉਰਿਟੀ ਜਿਹੜੀ ਉਹਨੂੰ ਦਿੱਤੀ ਗਈ ਹੈ ਉਹ ਕਿਹਨਾਂ ਕਾਰਨਾਂ ਕਰਕੇ ਦਿੱਤੀ ਗਈ ਹੈ। ਗੱਡੀਆਂ ਦੇ ਕਾਫਲੇ ਉਹਦੇ ਫਿਰ ਵੀ ਦੇਖੇ ਗਏ ਤੇ ਵੱਡੇ ਬੰਗਲੋ ਦੇ ਵਿੱਚ ਉਹ ਵੜ ਕੇ ਪੈਰੋਲ ਦੇ ਦੌਰਾਨ ਉਹ ਰਿਹਾ। ਸਾਰੀਆਂ ਵੀਡੀਓਜ਼ ਲੋਕਾਂ ਨੇ ਦੇਖੀਆਂ ਨੇ। ਸਿਹਤ ਉਹਦੀ ਚੰਗੀ ਭਲੀ ਹੈ, ਕਮਜ਼ੋਰ ਨਹੀਂ ਹੈ ਤੇ ਉਹਨੇ ਸਬੂਤ ਇੱਕ ਵਾਰੀ ਫੇਰ ਦਿੱਤਾ ਕਿ ਭਾਈ ਪ੍ਰਧਾਨ ਮੈਂ ਆਈ ਹਾਂ ਤੇ ਮੈਨੂੰ ਹੀ ਤੁਸੀਂ ਜਿਹੜਾ ਨਾ ਕੀ ਕਹਿੰਦੇ ਨੇ ਉਹ ਆਪਣੇ ਪਿਤਾ ਜੀ ਤੇ ਇਹਨਾਂ ਭਗਤਾਂ ਦਾ ਪਿਤਾ ਜੀ ਮੈਂ ਹੀ ਹਾਂ ਤੇ ਸਾਰੇ ਇਨਸਾਨ ਬਣੋ, ਚੰਗੇ ਬਣੋ ਤੇ ਮੈਨੂੰ ਪਿਤਾ ਜੀ ਕਹੋ। ਦਰਸ਼ਕਾਂ ਦੀ ਜਾਣਕਾਰੀ 'ਚ ਥੋੜ੍ਹਾ ਜਿਹਾ ਵਾਧਾ ਕਰਦੇ ਹਾਂ ਕਿ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਗਈ ਸੀ ਤੇ ਫਿਰ ਹੁਣ ਡੇਰਾ ਪ੍ਰੇਮੀ ਹਰ ਸਾਲ 29 ਅਪ੍ਰੈਲ ਨੂੰ ਆਪਣਾ ਸਥਾਪਨਾ ਦਿਵਸ ਮਨਾਉਂਦੇ ਨੇ ਤੇ 29 ਜੋੜਿਆਂ ਦਾ ਉੱਥੇ ਵਿਆਹ ਕਰਦੇ ਨੇ। ਕੁਲਦੀਪ ਜੀ ਨੇ ਜਿਹੜੀ ਚਿੱਠੀ ਦੀ ਗੱਲ ਕੀਤੀ ਉਹ ਵੀ ਇਸੇ 29 ਅਪ੍ਰੈਲ ਨੂੰ ਪੜ੍ਹੀ ਗਈ ਹੈ। ਫਿਲਹਾਲ ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਪਟਿਆਲਾ ਦੀ। ਪਟਿਆਲਾ 'ਚ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ, ਫਿਕਰਾਂ ਵਾਲੀ ਗੱਲ ਹੈ, ਇੰਟਰਨੈਟ ਬੰਦ ਹੈ ਤੇ 144 ਧਾਰਾ ਲੱਗੀ ਹੋਈ ਹੈ ਤੇ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਇਹ ਸਭ ਕਾਸੇ ਲਈ ਜ਼ਿੰਮੇਵਾਰ ਕੌਣ ਹੈ ਜੀ? ਜ਼ਿੰਮੇਵਾਰ ਬਹੁਤ ਥੋੜੇ ਲੋਕ ਨੇ ਜੋ ਭੜਕਾਹਟ ਵਿੱਚ ਆ ਜਾਂਦੇ ਨੇ। ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਮੰਨ ਲਈਏ, ਉਹ ਇਹ ਕਹਿੰਦੇ ਨੇ ਕਿ ਅਕਾਲੀ ਤੇ BJP ਵਾਲੇ ਜ਼ਿੰਮੇਵਾਰ ਨੇ। ਕਾਂਗਰਸ ਵਾਲਿਆਂ ਨੂੰ ਉਹਨਾਂ ਨੇ ਬਰੀ ਕੀਤਾ ਮੈਨੂੰ ਲੱਗਦਾ। ਉਹਨਾਂ ਨੇ ਜੋ ਫੈਸਲਾ ਸੁਣਾਇਆ ਪੋਲੀਟੀਕਲ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਕੁਝ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਜੀ। ਪਰ ਇੱਕ ਦੋ ਗੱਲਾਂ ਵੀ ਨੇ ਕਿ SSP ਦਾ ਤਬਾਦਲਾ, DIG ਦਾ ਤਬਾਦਲਾ ਜਾਂ ਕਿਸੇ ਹੋਰ ਪੁਲਿਸ ਅਫਸਰ ਨੂੰ ਬਦਲ ਕੇ ਹੋਰ ਜਗ੍ਹਾ ਲਾ ਦਿੱਤਾ ਤੇ ਉੱਥੇ ਕੋਈ ਹੋਰ ਲਾ ਦਿੱਤਾ। ਸ਼ਾਇਦ ਉਹਨਾਂ ਨੂੰ ਨਾਕਾਮ ਜਿਹੜਾ ਹੈ ਸਾਬਤ ਕਰਨ ਲਈ ਕੁਝ ਕੀਤਾ ਗਿਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਈ। SSP ਨਾਨਕ ਸਿੰਘ ਔਰ ਜਿੰਨੀ ਨਫਰੀ ਉਹਨਾਂ ਦੇ ਕੋਲ ਹੋਵੇਗੀ ਪਟਿਆਲੇ ਦੇ ਵਿੱਚ, ਜਿੰਨੀ ਉਹਨਾਂ ਦੇ ਅੰਡਰ ਹੋਵੇਗੀ, ਮੈਨੂੰ ਲੱਗਦਾ ਨਹੀਂ ਸੀ ਕਿ ਨਾਨਕ ਸਿੰਘ ਨੂੰ ਆਪਣੇ ਰਿਵਾਲਵਰ ਤੋਂ ਫਾਇਰ ਕਰਨ ਦੀ ਲੋੜ ਪੈ ਸਕਦੀ ਸੀ। ਪਰ ਚਲੋ ਹੁਣ ਜਾਂਚ ਵੀ ਹੋਵੇਗੀ ਇਸ ਘਟਨਾ ਦੀ ਸਰਕਾਰ ਦੇ ਹੁਕਮਾਂ ਮੁਤਾਬਕ ਤੇ ਜਾਂਚ ਦੀ ਰਿਪੋਰਟ ਕਦੋਂ ਤੱਕ ਆਵੇਗੀ ਉਸ ਤੋਂ ਪਹਿਲਾਂ ਕਿਆਸ ਰਾਈਆਂ ਜਿਹੜੀਆਂ ਉਹ ਲੱਗ ਰਹੀਆਂ ਨੇ। ਹੁਣ ਜ਼ਿੰਮੇਵਾਰ ਕੌਣ ਹੈ? ਨੰਬਰ 1 ਤੇ ਮੈਂ ਸਮਝਦਾ ਕਿ ਸਾਡਾ ਜਿਹੜਾ ਸਿਸਟਮ ਹੈ ਕਿ ਸੋਸ਼ਲ ਮੀਡੀਆ ਨੂੰ ਪ੍ਰੋਪਰ ਸਮਝਣਾ ਤੇ ਇਹਦੀ ਮਿਸਯੂਜ਼ ਇਹਦਾ ਜਿਹੜਾ ਕਰਨਾ ਹੈ, ਇਹ ਦੋ ਕਾਰਨ ਮੁੱਢਲੇ ਤੌਰ ਤੇ ਜਿਹੜੇ ਅੱਖੋਂ ਓਹਲੇ ਨੇ ਉਹ ਜ਼ਿੰਮੇਵਾਰ ਨੇ ਇਹੋ ਜਿਹੀਆਂ ਘਟਨਾਵਾਂ ਨੂੰ ਵਧਾਉਣ ਹਿੱਤ। ਦੂਸਰਾ ਇਹ ਹੈ ਕਿ ਸਰਕਾਰਾਂ ਦੀ ਨਾਕਾਮੀ ਤੇ ਨਾ ਇਹ ਲਈ ਸਾਡੇ ਅਫਸਰਾਂ ਦੀ। ਜੇ SSP ਸਾਹਿਬ ਨੇ ਜਾਂ ਹੋਰ ਕਿਸੇ ਵੱਡੇ ਅਫਸਰ ਨੇ ਇਹ ਕਿਹਾ ਹੋਇਆ ਸੀ ਕਿ ਆਹ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਕਿਸੇ ਖਾਸ ਮਕਸਦ ਨਾਲ, ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ, ਤੇ ਫਿਰ ਇਕੱਠ ਕਿਉਂ ਹੋਣ ਦਿੱਤੇ ਗਏ? ਜੀ ਬਿਲਕੁਲ। ਦੂਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਵਿੱਚ ਤੇ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਇਹ ਜਿਹੜੀਆਂ ਗੱਲਾਂ ਹੈ ਸਰਕਾਰ ਦੀ ਜਾਂ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ। ਭਗਵੰਤ ਮਾਨ ਸਾਹਿਬ ਨੂੰ ਥੋੜੀ ਜਿਹੀ ਗੱਲ ਇਸ ਤੇ ਮੰਨ ਲੈਣੀ ਚਾਹੀਦੀ ਸੀ ਕਿ ਸਾਡੇ ਕੋਲੋਂ ਮਾੜੀ ਮੋਟੀ ਕੋਈ ਗਲਤੀ ਹੋਈ ਹੈ। ਪਰ ਚੰਗੀ ਗੱਲ ਇਹ ਹੈ ਕਿ ਕਿਸੇ ਦੀ ਜਾਨ ਨਹੀਂ ਗਈ। ਕੱਲ੍ਹ ਵੀ ਅਸੀਂ ਪ੍ਰੋਗਰਾਮ 'ਚ ਕਿਹਾ ਸੀ, ਇਹ ਤਸੱਲੀ ਵਾਲੀ ਗੱਲ ਹੈ। ਜ਼ਖਮੀ ਹੋਏ ਨੇ, ਗੰਭੀਰ ਜ਼ਖਮੀ ਵੀ ਨੇ, ਗੋਲੀ ਨਾਲ ਵੀ ਜ਼ਖਮੀ ਹੈ ਤੇ ਕਿਸੇ ਤੇ ਤੇਜ਼ਧਾਰ ਹਥਿਆਰ ਨਾਲ ਵੀ ਇਹ ਜਿਹੜਾ ਉਹ ਹਮਲਾ ਹੋਇਆ। ਪਰ ਇੱਕ ਗੱਲ ਹੈ ਮੈਂ ਨੋਟ ਕਰ ਰਿਹਾ ਸੀ ਕਿ ਇਸ ਤੋਂ ਬਾਅਦ ਹੋਰਨਾਂ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਤੀਕਰਮ ਆਉਂਦੇ ਨੇ ਤੇ ਭਾਵਨਾਵਾਂ ਕੀ ਕਹਿੰਦੀਆਂ ਨੇ। ਕੁਝ ਸੋਸ਼ਲ ਮੀਡੀਆ ਤੇ ਗਿਆਨ ਵੰਡਣ ਵਾਲੇ ਲੋਕਾਂ ਨੂੰ ਛੱਡ ਕੇ ਓਵਰਆਲ ਭਾਈਚਾਰਾ ਕਾਇਮ ਹੈ ਤੇ ਜਿਵੇਂ ਕਾਇਮ ਰਹਿਣਾ ਚਾਹੀਦਾ ਹੈ। ਅਜੇ ਵੀ ਕੁਝ ਲੋਕ ਜਿਹੜੇ ਨੇ ਵਿਗਾੜਨ ਦਾ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਇਹ ਮੋਹਰੇ ਲੋਕ ਨੇ, ਮੈਂ ਦੱਸ ਦੇਵਾਂ ਫਿਰ, ਸਾਨੂੰ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ। ਇਹਨਾਂ ਨੂੰ ਪਛਾਣਨ ਦੀ ਲੋੜ ਹੈ। ਪਰ ਸਭ ਤੋਂ ਬਿਹਤਰ ਤਰੀਕਾ ਮੈਂ ਸਮਝਦਾ ਇਹ ਹੈ ਕਿ ਇਹ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਇੱਕ ਮੁਹਿੰਮ ਜਿਹੀ ਖੜੀ ਕੀਤੀ ਜਾਂਦੀ ਹੈ ਤੇ ਕਿਸੇ ਚੀਜ਼ ਦਾ ਕੂੜ ਪ੍ਰਚਾਰ ਜਾਂ ਕਿਸੇ ਨੂੰ ਵਧਾ ਚੜਾ ਕੇ ਗੱਲ ਨੂੰ ਪੇਸ਼ ਕੀਤੇ ਜਾਣਾ ਤੇ ਕੁਝ ਇੱਕ ਲੋਕਾਂ ਦੇ ਹੱਥ ਵਿੱਚ ਕਮਾਨ ਆ ਜਾਣੀ ਜਿਹੜੇ ਇਸ ਗੱਲ ਦੀ ਨਜ਼ਾਕਤ ਨੂੰ ਸਮਝਦੇ ਹੀ ਨਹੀਂ ਕਿ ਹਾਲਾਤ ਕਿਸ ਹੱਦ ਤੱਕ ਵਿਗੜ ਸਕਦੇ ਨੇ। ਉਹ ਆਪਣੇ ਏਜੰਡੇ ਨੂੰ ਲੈ ਕੇ ਭੱਜੇ ਹੋਏ ਨੇ। ਖੈਰ, ਜਿਹੜੇ ਲੋਕ ਇਸ ਵਿੱਚ ਸ਼ਾਮਲ ਸਨ ਉਹਨਾਂ ਨੂੰ ਸ਼ਾਇਦ ਮੇਰਾ ਖਿਆਲ ਹੈ ਕਿ ਕੁਝ ਹੁਣ ਸਮਝ ਆਵੇਗੀ ਕਿ ਅਸਲੋਂ ਗੱਲ ਕੁਝ ਵੀ ਨਹੀਂ ਹੈ। ਕੁਝ ਇੱਕ ਲੋਕਾਂ ਦੀ ਇਹ ਉਧਰ ਦਾ ਮਸਲਾ ਹੈ। ਕਿਸੇ ਨੇ ਸਿਕਿਉਰਿਟੀ ਲੈਣੀ ਹੈ, ਕਿਸੇ ਨੇ ਕੋਈ ਨਾਮ ਬਣਾਉਣਾ ਹੈ ਤੇ ਕਿਸੇ ਨੇ ਬੱਲੇ ਬੱਲੇ ਖੱਟਣੀ ਹੈ। ਤੇ ਸਰਕਾਰਾਂ ਜੋ ਪਹਿਲਾਂ ਅੱਜ ਤੱਕ ਅਸੀਂ ਸੁੱਤੀਆਂ ਹੀ ਵੇਖੀਆਂ ਨੇ ਇੱਦਾਂ ਦੇ ਮੁੱਦੇ ਤੇ, ਜਿਨ੍ਹਾਂ ਨੇ ਧਰਮ ਦੇ ਨਾਂ ਤੇ ਕੋਈ ਨਾ ਕੋਈ ਜਿਹੜੀ ਗੱਲ ਹੁੰਦੀ ਸੀ ਉਸ ਵਿੱਚ ਜਾਂ ਤੇ ਬਿਲਕੁਲ ਇੱਕ ਸਾਈਡ ਲਈ ਤੇ ਜਾਂ ਬਿਲਕੁਲ ਨਿਊਟਰਲ ਜਿਹਾ ਰਹਿ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਨਾ ਉਹਨਾਂ ਦਾ ਕੋਈ ਸਵਾਰਿਆ ਤੇ ਨਾ ਉਹਨਾਂ ਦਾ ਸਵਾਰਿਆ ਤੇ ਨਾ ਮਸਲੇ ਦਾ ਹੱਲ ਕੀਤਾ। ਪਰ ਲੱਗਦਾ ਨਹੀਂ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਗੁਸਤਾਖੀ ਹੈ ਜਾਂ ਅਣਗਹਿਲੀ ਹੈ ਉਸ ਨੂੰ ਗਾਂਹ ਵਾਸਤੇ ਹੋਣ ਦੇਵੇਗੀ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਜਿਹੜਾ ਇਸ ਤੇ ਕੋਈ ਸਖਤ ਐਕਸ਼ਨ ਲਿਆ। ਜਿਹੜੀ ਇੰਟਰਨੈਟ ਵਗੈਰਾ ਬੰਦ ਹੋਣ ਦੀ ਗੱਲ ਹੈ, ਠੀਕ ਹੈ, ਜੇ ਇਹ ਫਿਰ ਉਹੀ ਗੱਲ ਹੈ ਨਾ, ਉਹ ਇੰਟਰਨੈਟ ਨਾਲ ਕੰਟਰੋਲ ਅਸੀਂ ਕੀ ਕਰ ਰਹੇ ਹਾਂ। ਬਿਲਕੁਲ, ਅਫਵਾਹਾਂ ਤਾਂ ਰੁਕਣਗੀਆਂ। ਬਿਲਕੁਲ, ਅਫਵਾਹਾਂ ਹੀ ਰੁਕਣ ਲਈ, ਹੋਰ ਇੰਟਰਨੈਟ ਤੇ ਕੀ ਹੋਣਾ ਹੈ। ਉੱਥੇ ਝੂਠੀਆਂ ਖਬਰਾਂ, ਜਿਹੜੀਆਂ ਝੂਠੇ ਵੀਡੀਓਜ਼
ਮੋਰਫ ਕਰਕੇ ਕਿਸੇ ਨੂੰ ਕੁਛ ਲਿਖ ਕੇ ਕਿਸੇ ਨੂੰ ਕੁਛ ਲਿਖ ਕੇ, ਆਹ ਦੇਖੋ ਜੀ ਗੋਲੀ ਮਾਰ ਰਿਹਾ, ਆਹ ਦੇਖੋ ਜੀ ਕੌਣ ਹੈ, ਆਹ ਫਲਾਨਾ ਹੈ। ਉਹ ਸਾਰੀਆਂ ਗੱਲਾਂ ਜਿਹੜੀਆਂ ਬਹੁਤੀਆਂ ਝੂਠੀਆਂ ਹੁੰਦੀਆਂ ਨੇ, ਸਾਨੂੰ ਇਹਨਾਂ ਨੂੰ ਪਛਾਣਨ ਦੀ ਲੋੜ ਹੈ। ਜੀ ਬਿਲਕੁਲ, ਇੱਕ ਧੜਾ ਖਾਲਿਸਤਾਨ ਜਿੰਦਾਬਾਦ ਮਾਰਚ ਕੱਢਣ ਦੀ ਕਾਲ ਦਿੰਦਾ ਹੈ ਤੇ ਦੂਜਾ ਕਹਿੰਦਾ ਖਾਲਿਸਤਾਨ ਮੁਰਦਾਬਾਦ ਮਾਰਚ ਅਸੀਂ ਕੱਢਣਾ। ਉਸ ਵੇਲੇ ਪ੍ਰਸ਼ਾਸਨ ਕਿੱਥੇ ਸੀ? ਫਿਲਹਾਲ ਹੁਣ ਸਥਿਤੀ ਤਣਾਅਪੂਰਨ ਹੈ ਤੇ ਹੁਣ ਮਾਨ ਸਰਕਾਰ ਕਿੱਦਾਂ ਦਾ ਐਕਸ਼ਨ ਲੈਂਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਫਿਲਹਾਲ ਪ੍ਰੋਗਰਾਮ 'ਚ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਚੱਲ ਰਹੀ ਸੀ ਪਟਿਆਲਾ ਹਿੰਸਾ ਦੀ। ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਹਰੀਸ਼ ਸਿੰਗਲਾ, ਉਹਨਾਂ ਨੂੰ ਬੀਤੇ ਕੱਲ ਪੁਲਿਸ ਨੇ ਘਰੋਂ ਚੁੱਕ ਲਿਆ। ਸਵਾਲ ਮੇਰਾ ਇਹ ਆ ਕਿ ਇਹੋ ਜਿਹੇ ਸਿੰਗਲੇ ਵਰਗੇ ਬੰਦਿਆਂ ਦਾ ਇਲਾਜ ਕੀ ਹੈ? ਗੱਲ ਇਹ ਹੈ ਜੀ, ਅੱਜ ਹੋਰ ਵੀ 2 ਚੁੱਕੇ ਨੇ। ਗੁਰਦਾਸਪੁਰ ਦੇ ਲਾਗਿਓਂ ਦੱਸਿਆ ਜਾਂਦਾ ਹੈ ਕਿ 2 ਵਿਅਕਤੀ ਹੋਰ ਗ੍ਰਿਫਤਾਰ ਜਿਹੜੇ ਨੇ ਕੀਤੇ ਗਏ ਨੇ। ਸਿੰਗਲਾ ਠੀਕ ਹੈ, ਉਹ ਆਪਣੇ ਹਿਸਾਬ ਨਾਲ ਉਹਦਾ ਕੋਈ ਏਜੰਡਾ ਹੋਵੇਗਾ, ਉਸ ਦੀ ਚਾਬੀ ਜਿਹੜੀ ਹੈ ਕਿਸੇ ਹੋਰ ਨੇ ਘੁਮਾਈ ਹੋਵੇਗੀ ਤੇ ਉਹ ਸਾਨੂੰ ਪਤਾ ਨਹੀਂ। ਤੇ ਅਸੀਂ ਜੋ ਮੂੰਹੋਂ ਕਹਿ ਰਿਹਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਹਿ ਰਿਹਾ ਜਾਂ ਦੂਜੀ ਧਿਰ ਵਾਲੇ ਪਾਸੇ ਖੜੇ ਹੋ ਕੇ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਿਹਾ, ਸਾਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਪਿੱਛੇ ਅਸਲ ਕੌਣ ਹੈ, ਜਾਂ ਇਹ ਲੋਕ ਉਦੋਂ ਕਿੱਥੇ ਹੁੰਦੇ ਨੇ ਜਦੋਂ ਫਿਰ ਆਹ ਦੀ ਬਣਦੀ ਹੈ ਤੇ ਮੈਦਾਨ ਵਿੱਚੋਂ ਭੱਜ ਕਿਵੇਂ ਜਾਂਦੇ ਨੇ ਤੇ ਫਿਰ ਹੌਲੀ ਹੌਲੀ ਇਹਨਾਂ ਲੋਕਾਂ ਦੀ ਅਸਲੀਅਤ ਕਿਵੇਂ ਸਾਹਮਣੇ ਆਉਣ ਲੱਗਦੀ ਹੈ। ਚਲੋ, ਹਰੀਸ਼ ਸਿੰਗਲਾ ਦੀ ਅਸੀਂ ਗੱਲ ਕਰਦੇ ਹਾਂ। ਅਸੀਂ ਅੱਗੇ ਵੀ ਦੱਸਿਆ ਸੀ ਸ਼ਿਵ ਸੈਨਾ ਦੇ 2 ਹਿੱਸੇ ਨੇ ਜੀ, ਇੱਕ ਉਧਵ ਠਾਕਰੇ ਤੇ ਇੱਕ ਰਾਜ ਠਾਕਰੇ। ਬਾਲ ਠਾਕਰੇ ਦੇ ਪਰਿਵਾਰ ਦੇ ਵਿੱਚ ਹੀ ਹੈ ਸ਼ਿਵ ਸੈਨਾ, ਪਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਉਧਵ ਠਾਕਰੇ ਜਿਹੜਾ ਮੁੱਖ ਮੰਤਰੀ ਮਹਾਰਾਸ਼ਟਰ ਦਾ, ਉਸ ਗਰੁੱਪ ਦੇ ਬੰਦੇ ਨੇ। ਉਹਨਾਂ ਨੇ ਸਿੰਗਲੇ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਤੇ ਜਿਹੜੀ ਵੀਡੀਓ ਕੱਲ ਸਾਹਮਣੇ ਆਈ ਹੈ ਉਸ ਨੂੰ ਆਪਣੇ ਹੀ ਪਾਰਟੀ ਦੇ ਵਰਕਰਾਂ ਵੱਲੋਂ ਭੰਡਣ ਦੀ, ਝੰਬਣ ਦੀ ਤੇ ਗਾਲਾਂ ਕੱਢਣ ਤੇ ਕੁੱਟਣ ਦੀ ਵੀਡੀਓ ਜਿਹੜੀ ਹੈ ਤੁਸੀਂ ਸਾਰਿਆਂ ਨੇ ਤਕਰੀਬਨ ਉਹ ਵੇਖੀ ਹੋਵੇਗੀ। ਹੁਣ ਉਹ ਕੀ ਬਿਆਨ ਦਿੰਦਾ? ਪੁਲਿਸ ਨੇ ਉਸ ਨੂੰ ਚੁੱਕ ਲਿਆ। ਪੁਲਿਸ ਉਸ ਕੋਲੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਕਰੇਗੀ ਜਾਂ ਉਸ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ, ਜੋ ਕਿਹਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਸੀ, ਕੀ ਇਹ ਗੱਲ ਵੀ ਸਾਹਮਣੇ ਆਵੇਗੀ? ਇਹ ਤਾਂ ਪੁਲਿਸ ਦੱਸੇਗੀ। ਪਰ ਗੱਲ ਇਹ ਹੈ, ਉਹਨੇ ਕਿਹਾ ਕਿ ਦੇਖੋ ਪੰਜਾਬ ਵਿੱਚ ਹਿੰਦੂ ਤੇ ਸਿੱਖਾਂ ਦਾ ਬਹੁਤ ਸੋਹਣਾ ਰਿਸ਼ਤਾ ਆ ਤੇ ਇਸ ਰਿਸ਼ਤੇ ਨੂੰ 200-400 ਲੋਕ ਜਿਹੜੇ ਨੇ ਉਹ ਖਰਾਬ ਕਰ ਰਹੇ ਨੇ। ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ 200-400 ਲੋਕ ਖਰਾਬ ਕਰ ਰਹੇ ਨੇ, ਪਰ ਬਦਕਿਸਮਤੀ ਵਾਲੀ ਗੱਲ ਹੈ ਕਿ ਇਹਨਾਂ 200-400 ਦੇ ਵਿੱਚ ਸਭ ਤੋਂ ਮੋਹਰਲੀ ਸੂਚੀ ਜੇ ਬੰਦੇ ਲਿਸਟ ਬਣਾਉਣੀ ਹੋਵੇ ਤੇ ਹਰੀਸ਼ ਸਿੰਗਲਾ ਵਾਲਿਆਂ ਦਾ ਉੱਪਰ ਨਾਮ ਆਏਗਾ। ਉਹ ਐਂਡ ਵਿੱਚ ਨਹੀਂ, ਹੋਰ ਵੀ ਹੋਣਗੇ, ਪਰ ਮੈਂ ਸਮਝਦਾ ਕਿ ਸਾਨੂੰ ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ, ਸਾਨੂੰ ਸਿੱਖਿਅਤ ਹੋਣ ਦੀ ਲੋੜ ਹੈ। ਉੜਦੀ ਗੱਲ ਦੇ ਮਗਰ ਲੱਗ ਕੇ ਅਸੀਂ ਨੁਕਸਾਨ ਕਰਨ ਭੱਜ ਪੈਂਦੇ ਹਾਂ। ਪਰ ਫਿਰ ਮੈਂ ਕਹਾਂਗਾ ਸ਼ਾਬਾਸ਼ ਹੈ ਪੰਜਾਬ ਦੇ, ਪੰਜਾਬੀਆਂ ਦੇ, ਹਿੰਦੂਆਂ ਦੇ, ਸਿੱਖਾਂ ਦੇ, ਭਾਈਚਾਰਾ ਜਿਉਂ ਦਾ ਤਿਉਂ ਹੈ। ਇਹੋ ਜਿਹੇ ਲੋਕਾਂ ਦੇ ਮਗਰ ਸਾਨੂੰ ਲੱਗਣ ਦੀ ਲੋੜ ਨਹੀਂ ਹੈ। ਜਿਹੜੀ ਭਾਵਨਾ ਜੇ ਕਿਸੇ ਦੀ ਹੈ, ਜਿਵੇਂ ਅੱਜ ਇੱਕ ਨੇ ਬਿਆਨ ਦਿੱਤਾ ਕਿ ਜੇ ਉਹ ਆਪਣੀ ਕੋਈ ਗੱਲ ਕੋਈ ਕਰਨੀ ਚਾਹੁੰਦਾ ਤਾਂ ਆਪਣੇ ਤਰੀਕੇ ਨਾਲ ਕਰੇ, ਅਸੀਂ ਉਲਟ ਰੋਸ ਮਾਰਚ ਜਾਂ ਹੋਰ ਚੀਜ਼ਾਂ ਕਿਉਂ ਕਰਨੀਆਂ ਨੇ ਜਿਸ ਨਾਲ ਤਣਾਅ ਪੈਦਾ ਹੋਵੇ, ਲੋਕਾਂ ਦੇ ਪੁੱਤ ਮਾਰੇ ਜਾਣ, ਕਿਸੇ ਦਾ ਹੋਰ ਨੁਕਸਾਨ ਹੋਵੇ, ਸਾਡੀ ਬਦਨਾਮੀ ਹੋਵੇ। ਇਹ ਚੰਗੀਆਂ ਗੱਲਾਂ ਨਹੀਂ। ਔਰ ਮੈਂ ਸ਼ਾਬਾਸ਼ ਦਿੰਦਾ ਕਿ ਇਹਨਾਂ ਸਾਰਿਆਂ ਨੂੰ, ਭਾਈਚਾਰਿਆਂ ਨੂੰ, ਜਿਨ੍ਹਾਂ ਨੇ ਇਹੋ ਜਿਹੇ ਲੋਕਾਂ ਨੂੰ ਪਛਾਣ ਕੇ ਪਛਾਣ ਸੁੱਟਿਆ ਤੇ ਇਹੋ ਜਿਹੀ ਗੱਲ ਤੇ ਮਿੱਟੀ ਪਾਈ। ਜੀ, ਗੱਲ ਕਰ ਰਹੇ ਹਾਂ ਪੰਜਾਬ ਦੀ ਹਾਲਤ ਜਿਹੜੀ ਉਹ ਬਹੁਤੀ ਚੰਗੀ ਨਹੀਂ ਆ। 3 ਲੱਖ ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਆ, ਭਾਰੀ ਪਾਂਡਿਆ ਇਹ ਕਰਜ਼ੇ ਦੀ, ਤੇ ਲੀਡਰ ਇੱਕ ਦੂਜੇ ਦਾ ਲੱਕ ਖੁਰਕ ਕੇ ਖਾਈ ਚੱਟੀ ਜਾਂਦੇ ਨੇ ਪੰਜਾਬ ਨੂੰ। ਕੁਲਦੀਪ ਜੀ, ਹੁਣ ਇੱਕ ਰਿਪੋਰਟ ਆਈ ਹੈ ਜੀ ਪੰਜਾਬ ਦੀ ਆਮਦਨੀ ਵਧਾਉਣ ਦੀ, ਉਹ ਕੀ ਹੈ ਜੀ? ਦੇਖੋ ਸਵਲੀਨ, ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਪਿਛਲੇ ਵਿੱਤੀ ਵਰ੍ਹੇ ਦੇ ਵਿੱਚ ਇਹ ਤਕਰੀਬਨ 2,80,000 ਕਰੋੜ ਦਾ ਸੀ। ਹੁਣ ਇੰਨਾ ਵੱਡਾ ਕਰਜ਼ਾ ਪੰਜਾਬ ਇਸ ਦਾ ਕੀ ਮੋੜ ਰਿਹਾ? ਸਿਰਫ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਨੇ, ਉਹ ਵੀ ਪਤਾ ਕਿਵੇਂ? ਉਹ ਹੋਰ ਕਰਜ਼ਾ ਲੈ ਕੇ ਨਵਾਂ, ਉਸ ਦੇ ਨਾਲ ਪੁਰਾਣੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਨੇ, ਜਿਵੇਂ ਇਹ ਕਰਜ਼ਾ ਕਦੇ ਸਾਨੂੰ ਮੋੜਨਾ ਹੀ ਨਾ ਪੈਣਾ ਹੋਵੇ, ਇਹ ਸਾਡਾ ਫੇਰ ਕਿਸੇ ਨੇ ਮਾਫ ਕਰ ਦੇਣਾ, ਲੀਕ ਫੇਰ ਦੇਣੀ ਹੈ। ਇਸ ਤਰ੍ਹਾਂ ਹੋਣਾ ਨਹੀਂ। ਇਸ ਕਰਜ਼ੇ ਦਾ ਵਿਆਜ ਵੀ ਪੰਜਾਬ ਨੂੰ ਭਾਰੀ ਪਏਗਾ। ਕੰਗਾਲ ਤੇ ਮੈਂ ਨਹੀਂ ਕਹਿ ਸਕਦਾ, ਪਰ ਮੰਦਹਾਲੀ ਜਿਹੜੀ ਆ ਉਹ ਆ ਸਕਦੀ ਹੈ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਹੁਣ ਇਸ ਕਰਜ਼ੇ ਦੇ ਬਾਰੇ ਕੁਝ ਮਾਹਿਰਾਂ ਨੇ, ਇੱਕ ਰਿਪੋਰਟ ਜਾਂ ਇੱਕ ਮਾਹਰ ਨੇ ਕੁਝ ਅੰਕੜੇ ਜਾਰੀ ਕੀਤੇ ਨੇ ਕਿ ਇਹ ਕਰਜ਼ਾ ਕਿਵੇਂ ਲੱਥ ਸਕਦਾ ਹੈ ਤੇ ਇਸ ਕਰਜ਼ੇ ਦੀ ਕਿਸ਼ਤ ਕਿਵੇਂ ਸੌਖੀ ਦਿੱਤੀ ਜਾ ਸਕਦੀ ਹੈ ਤਾਂ ਕਿ ਹੋਰ ਕਰਜ਼ਾ ਤਾਂ ਨਾ ਸਾਨੂੰ ਚੁੱਕਣਾ ਪਵੇ ਜੀ। ਉਹਨਾਂ ਨੇ ਦੱਸਿਆ ਕਿ ਬਿਨਾਂ ਟੈਕਸ ਲਾਏ, ਬਿਨਾਂ ਕੋਈ ਨਵਾਂ ਟੈਕਸ ਲਾਏ 28,500 ਕਰੋੜ ਦੀ ਆਮਦਨੀ ਹੋਰ ਵਧਾ ਸਕਦੀ ਹੈ ਭਾਰਤ ਸਰਕਾਰ।
ਜਿਹੜੀ ਮੌਜੂਦਾ ਆਮਦਨੀ ਹੈ ਉਸ ਤੋਂ ਇਲਾਵਾ ਵੀ 28,500 ਕਰੋੜ ਦੀ। ਜੀ ਹੁਣ ਇਹਨਾਂ ਵਿੱਚੋਂ ਕਿਹੜੇ ਡਿਪਾਰਟਮੈਂਟ ਨੇ? ਸਭ ਤੋਂ ਵੱਡਾ ਜਿਹੜਾ ਡਿਪਾਰਟਮੈਂਟ ਹੈ ਉਹ ਹੈ ਐਕਸਾਈਜ਼ ਦਾ। ਐਕਸਾਈਜ਼ ਭਾਵ ਸ਼ਰਾਬ ਦੀ ਪੈਦਾਵਾਰ, ਸ਼ਰਾਬ ਦਾ ਪ੍ਰੋਡਕਸ਼ਨ, ਉਹਦੀ ਡਿਸਟ੍ਰੀਬਿਊਸ਼ਨ ਤੇ ਉਹਦੀ ਵਿਕਰੀ ਤੇ ਨਾਲ ਸੰਬੰਧਿਤ ਟੈਕਸ। ਉਹ ਇਹ ਹੈ ਕਿ ਉਸ ਦੇ ਉੱਪਰ ਇਸ ਵੇਲੇ 65% ਦੀ ਜਿਹੜੀ ਹੈ ਡਿਊਟੀ ਲੱਗੀ ਹੋਈ ਹੈ ਸ਼ਰਾਬ ਦੇ ਉੱਪਰ, ਜੋ ਸਰਕਾਰ ਦੇ ਥਰੂ ਵਿਕਦੀ ਹੈ। ਉਸ ਨੂੰ ਕਹਿੰਦੇ ਨੇ ਕਿ 70% ਦੀ ਕੀਤਾ ਜਾ ਸਕਦਾ, ਜਿਸ ਨਾਲ ਕੋਈ ਬਹੁਤਾ ਰੌਲਾ ਨਹੀਂ ਪਏਗਾ। ਪਰ ਹੋਵੇਗਾ ਕੀ? ਨੁਕਸਾਨ ਕਿੱਥੇ ਹੋ ਰਿਹਾ? ਫੈਕਟਰੀਆਂ, ਡਿਸਟ੍ਰੀਬਿਊਸ਼ਨ ਤੇ ਠੇਕੇ ਤੇ ਗੈਰ ਲਾਇਸੈਂਸਸ਼ੁਦਾ ਫੈਕਟਰੀਆਂ ਜਿੱਥੇ ਸ਼ਰਾਬ ਪੈਦਾ ਹੋ ਰਹੀ ਹੈ, ਉਹ ਬਹੁਤ ਵੱਡੀ ਢਾਲ ਆ ਰਹੀਆਂ ਨੇ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੂੰ, ਪੰਜਾਬ ਦੀ ਆਮਦਨੀ ਨੂੰ। ਹੁਣ ਇਸ ਦੇ ਨਾਲ ਕੀ ਹੋਵੇਗਾ ਕਿ ਜੇ ਇਸ ਤੇ ਸਖਤੀ ਕੀਤੀ ਜਾਵੇ, ਸਰਕਾਰ ਇਸ ਨੂੰ ਪ੍ਰੋਪਰਲੀ ਕੋਈ ਆਬਕਾਰੀ ਨੀਤੀ ਬਣਾ ਕੇ, ਐਕਸਾਈਜ਼ ਭਾਵ ਆਬਕਾਰੀ ਨੀਤੀ ਬਣਾ ਕੇ ਇਸ ਤੇ ਕੋਈ ਕਾਰਵਾਈ ਕਰਦੀ ਹੈ ਤੇ ਇਸ ਦੀ ਪੂਰੀ ਆਮਦਨ ਆਪਣੀ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ 5,000 ਕਰੋੜ ਸੌਖਿਆਂ ਹੀ ਐਕਸਾਈਜ਼ ਦੇ ਵਿੱਚੋਂ ਪੰਜਾਬ ਦੇ ਪੱਲੇ ਪੈ ਸਕਦਾ ਹੈ ਸਰਕਾਰ ਦੇ। ਅਗਲੀ ਗੱਲ, GST ਜੋ ਗੁਡਸ ਐਂਡ ਸਰਵਿਸਿਜ਼ ਟੈਕਸ ਜੋ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਲੱਗਾ ਹੋਇਆ ਹੈ। GST ਪਹਿਲਾਂ ਵੈਟ ਹੁੰਦਾ ਸੀ। ਇਹ GST ਦੀ ਚੋਰੀ ਕਿੰਨੀ ਹੁੰਦੀ ਹੈ? ਇੱਕ ਅੰਦਾਜ਼ੇ ਮੁਤਾਬਕ ਜੇ ਕੋਈ ਮੋਟਾ ਅੰਦਾਜ਼ਾ ਲਾਵੇਗਾ ਤਾਂ ਉਹ ਕਹੇਗਾ ਕਿ 20-25% ਹੁੰਦੀ ਹੈ, ਪਰ 20-25% ਨਹੀਂ ਹੈ। ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜੀ। ਇਹ ਚੋਰੀ 50 ਤੋਂ 60% ਦੀ ਹੁੰਦੀ ਹੈ। ਜੇ ਇਹ ਆਮਦਨੀ ਨੂੰ ਸਹੀ ਕਰ ਲਿਆ ਜਾਵੇ, ਜ਼ਿਆਦਾ ਨਾ ਸਹੀ ਇਸ ਦੇ ਵਿੱਚ 30% ਦੀ ਜਿਹੜੀ ਹੈ ਇੰਪਰੂਵਮੈਂਟ ਕੀਤੀ ਜਾਵੇ ਕਿ GST ਕਿਵੇਂ ਅਗਰਾਉਣੀ ਹੈ ਤੇ ਕਿਵੇਂ ਸਖਤੀ ਨਾਲ ਇਹ ਨਿਯਮ ਲਾਗੂ ਕਰਨੇ ਨੇ, ਕਿਉਂਕਿ ਗਾਹਕ ਤੇ ਤਾਂ ਬੋਝ ਉਨਾ ਹੀ ਪੈ ਰਿਹਾ ਤੇ GST ਕਿਉਂ ਨਹੀਂ ਲੈਣੀ ਸਰਕਾਰ ਨੇ? ਫਿਰ ਇਸ ਦੇ ਨਾਲ ਹੀ ਕਹਿੰਦੇ 9,000 ਕਰੋੜ ਰੁਪਏ ਦਾ ਸਾਲਾਨਾ ਮਾਲੀਆ ਪੰਜਾਬ ਸਰਕਾਰ ਸਹਿਜੇ ਹੀ ਉਗਰਾ ਸਕਦੀ ਹੈ। ਅਗਲਾ ਹੈ ਮਾਈਨਿੰਗ ਦੇ ਵਿੱਚ ਮੁੱਦਾ ਰੇਤਾ ਦਾ ਹੈ। ਇਸ ਵੇਲੇ ਜਿਹੜੀਆਂ ਖੱਡਾਂ ਦਿੱਤੀਆਂ ਹੋਈਆਂ ਨੇ, ਉਹ ਆਪਣਿਆਂ ਨੂੰ, ਸਹਿਯੋਗੀਆਂ ਨੂੰ, ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਹੈ, ਪਰਮਿਟ ਵੀ ਨਹੀਂ ਹੈ, ਸਰਕਾਰ ਨੂੰ ਪਰਚੀ ਕੱਟ ਕੇ ਇੱਕ ਟਰਾਲੀ ਦੇ ਪੈਸੇ ਦਿੱਤੇ ਜਾਂਦੇ ਨੇ ਤੇ ਉਸ ਦੀ ਜਗ੍ਹਾ ਤੇ 5-5, 6-6 ਟਰਾਲੀਆਂ ਚੋਰੀ ਕੀਤੀਆਂ ਜਾਂਦੀਆਂ ਨੇ। ਜਿੱਥੋਂ 6 ਫੁੱਟ ਰੇਤਾ ਚੁੱਕਣ ਦਾ ਠੇਕਾ ਹੈ, ਉੱਥੋਂ 10-10 ਫੁੱਟ ਚੁੱਕੀ ਜਾ ਰਹੀ ਹੈ। ਨਾਜਾਇਜ਼ ਮਾਈਨਿੰਗ ਨੇ ਖਾ ਲਿਆ ਪੰਜਾਬ ਨੂੰ। ਜੇ ਇਸ ਗੱਲ ਨੂੰ ਸਿੱਧਾ ਕਾਬੂ ਕੀਤਾ ਜਾਵੇ, ਇਸ ਤੇ ਨਕੇਲ ਕੱਸੀ ਜਾਵੇ ਤੇ ਮਾਈਨਿੰਗ ਦੇ ਜ਼ਰੀਏ 5,000 ਕਰੋੜ ਹੋਰ ਪੰਜਾਬ ਸਰਕਾਰ ਦੀ ਝੋਲੀ ਵਿੱਚ ਪੈਂਦਾ ਹੈ। ਅੱਗੇ ਆ ਜਾਂਦਾ ਟਰਾਂਸਪੋਰਟ ਵਿਭਾਗ ਨੂੰ, ਜੋ ਪਿਛਲੇ ਸਮੇਂ ਦੇ ਵਿੱਚ ਚੂਨਾ ਲਾਇਆ ਗਿਆ। ਇਹੋ ਹੀ ਨਹੀਂ ਹੈ ਕਿ ਨਾਜਾਇਜ਼ ਬੱਸਾਂ, ਇਸ ਗੱਲ ਨੂੰ ਛੱਡ ਦਿਓ, ਹੋਰ ਵੀ ਬਹੁਤ ਸਾਰੇ ਤੌਰ ਤਰੀਕੇ ਨੇ ਜਿਨ੍ਹਾਂ ਦੇ ਤਹਿਤ ਟਰਾਂਸਪੋਰਟ ਡਿਪਾਰਟਮੈਂਟ ਨੂੰ ਚੂਨਾ ਲਾਇਆ ਜਾਂਦਾ ਹੈ। ਉਹਨਾਂ ਡਿਪਾਰਟਮੈਂਟਸ ਨੂੰ ਅਗਰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤੇ ਘੱਟੋ ਘੱਟ 1,500 ਤੋਂ 2,000 ਕਰੋੜ ਦਾ ਮਾਲੀਆ ਪੰਜਾਬ ਸਰਕਾਰ ਦੀ ਜੇਬ ਦੇ ਵਿੱਚ ਪੈ ਸਕਦਾ ਹੈ। ਜਾਇਦਾਦ ਦਾ ਟੈਕਸ ਜਿਹਨੂੰ ਵਧਾਉਣ ਦੀ ਲੋੜ ਨਹੀਂ ਹੈ, ਪ੍ਰੋਪਰਟੀ ਟੈਕਸ ਜਿਸ ਨੂੰ ਆਖਦੇ ਆ, ਇੱਕ ਅੰਕੜੇ ਨੇ, ਮੈਂ ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ, ਲੁਧਿਆਣੇ ਸ਼ਹਿਰ ਦੇ ਅੰਕੜੇ ਨੇ। ਸੈਟੇਲਾਈਟ ਦੇ ਨਾਲ ਹਰ ਇੱਕ ਸ਼ਹਿਰੀ ਜਾਇਦਾਦ ਦੇ ਉੱਪਰ ਪ੍ਰੋਪਰਟੀ ਟੈਕਸ ਲੱਗਾ ਹੁੰਦਾ ਹੈ ਤੇ ਜਿਹੜੀ ਕਮਰਸ਼ੀਅਲ ਐਸਪੈਕਟ ਲਈ ਵਰਤੀ ਜਾਂਦੀ ਹੋਵੇ ਉਸ ਤੇ ਤਾਂ ਪੱਕਾ ਹੀ ਹੁੰਦਾ ਹੈ। ਜਿਹੜੀ ਰਿਹਾਇਸ਼ੀ ਵੀ ਹੁੰਦੀ ਹੈ ਉਸ ਤੇ ਵੀ ਪ੍ਰੋਪਰਟੀ ਟੈਕਸ ਲੱਗਦਾ ਹੈ, ਕਿਉਂਕਿ ਸੇਵਾਵਾਂ ਦੇਣੀਆਂ ਹੁੰਦੀਆਂ ਨੇ ਨਿਗਮ ਨੇ, ਜਿਸ ਵਿੱਚ ਸੀਵਰੇਜ ਹੈ, ਹੋਰ ਚੀਜ਼ਾਂ, ਕੂੜਾ ਵਗੈਰਾ ਚੁੱਕਣਾ ਹੁੰਦਾ, ਸਾਰੀ ਦੁਨੀਆ ਦੇ ਵਿੱਚ ਪ੍ਰੋਪਰਟੀ ਟੈਕਸ ਲੱਗਾ ਹੁੰਦਾ ਜੀ। ਲੁਧਿਆਣੇ ਸ਼ਹਿਰ ਦੇ ਕਹਿੰਦੇ ਸੈਟੇਲਾਈਟ ਦੇ ਨਾਲ, ਉਪਗ੍ਰਹਿ ਦੇ ਨਾਲ ਫੋਟੋ ਖਿੱਚੀ ਗਈ ਤੇ 4.5 ਲੱਖ ਪ੍ਰੋਪਰਟੀਜ਼ ਜਿਹੜੀਆਂ ਹਨ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਇਹਨਾਂ ਦੇ ਵਿੱਚ ਜਿਹੜਾ ਹੈ ਇੱਥੇ ਇਹਨਾਂ ਕੋਲੋਂ ਪ੍ਰੋਪਰਟੀ ਟੈਕਸ ਲਿਆ ਜਾਣਾ ਚਾਹੀਦਾ ਹੈ। ਤੇ ਪ੍ਰੋਪਰਟੀ ਟੈਕਸ ਦੇ ਕਿੰਨੀਆਂ ਰਹੀਆਂ ਨੇ? ਸਿਰਫ 50,000। ਇਹ ਗੱਲ ਸਮਝਣ ਵਾਲੀ ਹੈ। ਇੰਨਾ ਵੱਡਾ ਚੂਨਾ ਲੱਗ ਰਿਹਾ, ਪ੍ਰੋਪਰਟੀ ਟੈਕਸ ਦੇ ਬਾਰੇ ਅੰਦਾਜ਼ਾ ਹੀ ਕੋਈ ਨਹੀਂ ਸਾਨੂੰ ਕਿ ਕਿੰਨਾ ਮਾਲੀਆ ਸਰਕਾਰ ਦੀ ਝੋਲੀ ਪੈ ਸਕਦਾ ਹੈ। ਔਰ ਆਖਰੀ ਹੈ ਲੈਂਡ ਟਰਾਂਸਫਰ, ਜਾਂ ਜੋ ਰਜਿਸਟਰੀਆਂ ਹੁੰਦੀਆਂ ਨੇ ਤਹਿਸੀਲ ਦੇ ਵਿੱਚ ਜਾਂ ਪ੍ਰਾਪਰਟੀ ਟਰਾਂਸਫਰ ਹੁੰਦੀ ਹੈ, ਉਸ ਦੀ ਫੀਸ ਨੂੰ ਲੈ ਕੇ। ਜਾਇਦਾਦ ਹੁੰਦੀ ਹੈ 1 ਕਰੋੜ ਦੀ, ਉਸ ਦੀ ਰਜਿਸਟਰੀ ਹੁੰਦੀ, ਸ਼ਹਿਰੀ ਜਾਇਦਾਦ ਦੀ ਮੈਂ ਗੱਲ ਕਰਦਾ। ਜਿਹੜੀ 1 ਕਰੋੜ ਦੀ ਜਾਇਦਾਦ ਹੋਵੇ, ਰਜਿਸਟਰੀ ਕਿੰਨੇ ਦੀ ਹੋਵੇਗੀ? 15 ਲੱਖ ਦੀ, 20 ਲੱਖ ਦੀ। ਫਿਰ ਬਾਕੀ ਜਿਹੜਾ 70-75 ਲੱਖ ਹੈ ਬਲੈਕ ਮਨੀ ਹੈ, ਉਹ ਕਿਹੜੇ ਖਾਤੇ ਵਿੱਚ ਜਾਂਦਾ ਹੈ? ਉਸ ਤੇ ਟੈਕਸ ਜਿਹੜਾ ਹੈ ਕਿਉਂ ਨਹੀਂ ਜਾਂਦਾ? ਉਸ ਨੂੰ ਕਿਸੇ ਤਰੀਕੇ ਰੈਗੂਲੇਟ ਕੀਤਾ ਜਾਵੇ। ਇਸ ਦਾ ਇੱਕ ਬਹੁਤ ਵਧੀਆ ਮਾਹਿਰਾਂ ਨੇ ਇੱਕ ਸੁਝਾਅ ਦਿੱਤਾ ਸੀ ਕਿ ਇਸ ਵੇਲੇ ਜਿਹੜੀ ਸਰਕਾਰੀ ਫੀਸ ਹੈ ਰਜਿਸਟਰੀ ਦੀ ਬਹੁਤ ਜ਼ਿਆਦਾ ਹੈ। ਉਹ ਔਰਤਾਂ ਤੇ ਮਰਦਾਂ ਦੇ ਮੁਕਾਬਲਤਨ 1-2% ਦਾ ਫਰਕ ਹੈਗਾ,
5 ਤੋਂ ਲੈ ਕੇ 7% ਤੱਕ ਦਾ ਮੋਟਾ ਜਿਹਾ ਖਰਚਾ, ਇਸ ਤੋਂ ਇਲਾਵਾ ਰਜਿਸਟਰੀ ਫੀਸ ਹੋਰ ਫਲਾਨਾ ਕਈ ਖਰਚੇ ਕਰਕੇ ਜਿਹੜੀ ਹੈ ਉਹ ਕਾਫੀ ਸਾਰੇ ਪੈਸੇ ਜਿਹੜੇ ਨੇ ਉਹ ਲੈ ਜਾਂਦੇ ਨੇ। ਉਸ ਪਰਸੈਂਟੇਜ ਨੂੰ ਘੱਟ ਕੀਤਾ ਜਾਵੇ, ਭਾਵੇਂ ਉਸ ਨੂੰ ਅੱਧਿਆਂ ਕਰ ਦਿਓ, ਪਰ ਓਵਰਆਲ ਕੀਮਤ ਜਿਹੜੀ ਹੈ ਪ੍ਰਾਪਰਟੀ ਦੀ ਡਬਲ ਕਰ ਦਿਓ ਕਿ ਅਸੀਂ ਤੇ ਇੰਨੀ ਵੈਲੂਏਟ ਕੀਤੀ ਹੈ ਭਾਈ। ਉਸ ਨੂੰ ਜਿੰਨੀਆਂ ਹਨ ਉਹਨਾਂ ਨੂੰ ਉਹ ਦੂਸਰਾ ਅੱਧਾ ਕਰ ਦਿਓ, ਇਹਨੂੰ ਡਬਲ ਕਰ ਦਿਓ। ਫਿਰ ਸਮਾਂ ਪਾ ਕੇ ਜਦੋਂ ਲੋਕ ਉਹਨਾਂ ਦੇ ਉਸ ਚੀਜ਼ ਨੂੰ ਵੈਲੂਏਟ ਕੀਤਾ ਜਾਵੇ ਤੇ ਫਿਰ ਉਹ ਟੈਕਸ ਜਿਹੜੇ ਨੇ ਉਸ ਪ੍ਰਾਪਰਟੀ ਦੇ ਹਿਸਾਬ ਨਾਲ ਵਧਾਏ ਜਾਣ। ਚੋਰ ਬਜ਼ਾਰੀ, ਲੁੱਟ ਮਾਰ ਤੇ ਠੱਗੀ ਤੇ ਜੋ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦਾ ਕੰਮ ਪਿਛਲੇ 17-75 ਸਾਲਾਂ ਦੇ ਵਿੱਚ ਹੋਇਆ, ਇਹ ਐਵੇਂ ਠੀਕ ਨਹੀਂ ਹੋਣਾ। ਪਰ ਸਮੱਸਿਆ ਬਹੁਤ ਗੰਭੀਰ ਆ। ਪਰ ਮੋਟਾ ਜਿਹਾ ਅੰਦਾਜ਼ਾ ਕਿ ਮੈਂ ਤੁਹਾਨੂੰ ਦੱਸ ਦਿੱਤਾ ਹੈ, ਪੰਜਾਬ ਦਾ ਕਰਜ਼ਾ ਕੁਝ ਵੀ ਨਹੀਂ, ਆਟੇ 'ਚ ਲੂਣ ਹੋਵੇਗਾ ਜੇ ਅਸੀਂ ਆਪਣੇ ਸਾਰੇ ਸੋਮੇ ਸਾਂਭ ਲਈਏ। ਜੀ ਬਿਲਕੁਲ, ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪਿਛਲੇ ਕਈ ਸਮੇਂ ਤੋਂ ਸਰਕਾਰਾਂ ਲਈ ਵੱਡੀ ਵੰਗਾਰ ਬਣਿਆ ਹੋਇਆ ਆ ਰੇਤਾ, ਤੇ ਹੁਣ ਰੇਤਾ ਬਾਰੇ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਤੇ ਦਰਸ਼ਕਾਂ ਦੇ ਨਾਲ ਉਹ ਵੀ ਸਾਂਝਾ ਕਰ ਲਈਏ। ਤੇ ਰੇਤਾ ਨੂੰ ਸਾਡੇ ਪੰਜਾਬੀ ਕੁਝ ਭਰਾ ਕੋਈ ਰੇਤੇ ਨੂੰ ਕਹਿ ਦਿੰਦੇ ਆ, ਕੋਈ ਰੇਤਾ ਆਖ ਦਿੰਦਾ, ਚਲੋ ਸੈਂਡ ਕਹਿ ਲਈਏ। ਇੱਕ ਗੱਲ ਹੈ ਕਿ ਜਿਵੇਂ ਕਿਹਾ ਜਾਂਦਾ ਸੀ ਪੁਰਾਣੀਆਂ ਜ਼ਮੀਨਾਂ, ਕੋਈ ਰੇਤੀਲੀਆਂ ਜ਼ਮੀਨਾਂ ਨੂੰ ਸਭ ਤੋਂ ਮਾੜੀਆਂ ਜ਼ਮੀਨਾਂ ਮੰਨਿਆ ਜਾਂਦਾ ਹੈ, ਪਰ ਕਿਸੇ ਨੂੰ ਕੀ ਪਤਾ ਸੀ ਕਿ ਕਦੀ ਰੇਤਾ ਦੀ ਇੰਨੀ ਕੀਮਤ ਹੋਵੇਗੀ, ਸੈਂਡ ਦੀ, ਕਿ ਇਹ ਸੋਨਾ ਹੋਵੇਗਾ, ਇਹ ਜ਼ਮੀਨ ਤੇ ਪਿਆ ਹੈ, ਖਣਿਜ ਹੈ। ਇੱਕ ਤਾਂ ਮੈਂ ਪਹਿਲਾਂ ਦੱਸ ਦੇਵਾਂ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਰੇਤਾ ਅਸਲ ਵਿੱਚ ਬਣਦੀ ਕਿਵੇਂ ਆ। ਇਹਦੇ ਕੁਝ ਤਰੀਕੇ ਨੇ। ਇੱਕ ਤਾਂ ਇਹ ਕਿ ਜਦੋਂ ਜ਼ਮੀਨ ਦੇ ਵਿੱਚ ਜ਼ਿਆਦਾ ਪਾਣੀ ਵਗ ਜਾਵੇ ਕਿਸੇ ਦੇ ਵਿੱਚੋਂ, ਹਲਕੀਆਂ ਜ਼ਮੀਨਾਂ ਜੋ ਮਹਿਰਾ ਜ਼ਮੀਨਾਂ ਹੁੰਦੀਆਂ ਨੇ, ਤੇ ਉਸ ਦੇ ਜਿਹੜੇ ਪਾਣੀ ਵਿੱਚ ਘੁਲ ਜਾਣ ਵਾਲੀ ਮਿੱਟੀ ਹੁੰਦੀ ਹੈ, ਜਦੋਂ ਉਹ ਵਿੱਚੋਂ ਨਿਕਲ ਜਾਵੇ ਤੇ ਫਿਰ ਦੂਸਰੀ ਜਿਹੜੀ ਜੋ ਥੱਲੇ ਰਹਿ ਜਾਂਦਾ ਫਿਰ ਰੇਤਾ ਰਹਿ ਜਾਂਦੀ ਹੈ। ਆਮ ਤੌਰ 'ਤੇ ਕੁਝ ਜ਼ਿਲ੍ਹੇ ਜਿਹੜੇ ਨੇ ਕੰਢੀ ਖੇਤਰ ਦੇ ਚੋਅ ਵਗੈਰਾ ਵਗ ਜਾਂਦੇ ਨੇ ਪੰਜਾਬ ਦੇ, ਤੇ ਥੱਲੇ ਰੇਤਾ ਰਹਿ ਜਾਂਦੀ, ਉੱਪਰੋਂ ਮਿੱਟੀ ਜਿਹੜੀ ਹੈ ਉਹ ਰੁੜ ਜਾਂਦੀ ਹੈ। ਹੁਣ ਅੱਗੇ ਗੱਲ ਇਹ ਹੈ ਕਿ ਪੈਦਾ ਕਿਵੇਂ ਹੁੰਦੀ ਹੈ ਰੇਤਾ। ਅਸਲ ਵਿੱਚ ਜੋ ਇਸ ਦਾ ਇੱਕ ਮਿਲੀਅਨਸ ਆਫ ਈਅਰਸ, ਭਾਵ ਜਦੋਂ ਤੋਂ ਧਰਤੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਇਸ ਦਾ ਜੋ ਕਿ ਸਿਸਟਮ ਬਣਿਆ ਆ ਰਿਹਾ ਕਿ ਪੱਥਰ ਜਿਹੜੇ ਨੇ, ਪੱਥਰਾਂ ਨੂੰ ਆਪਸ ਵਿੱਚ ਜਦੋਂ ਸਮੇਂ ਦੇ ਨਾਲ ਪੱਥਰਾਂ ਨੂੰ ਖਤਮ ਹੋਣ ਲਈ ਕੋਈ ਸਮਾਂ ਲੱਗਦਾ ਹੈ, ਪੱਥਰ ਆਪਸ ਵਿੱਚ ਖਹਿੰਦੇ ਨੇ, ਖਤਮ ਹੁੰਦੇ ਨੇ, ਖੁਰਦੇ ਨੇ, ਤੇ ਫਿਰ ਉਹ ਰੇਤਾ ਦੇ ਰੂਪ ਦੇ ਵਿੱਚ ਦਰਿਆਵਾਂ ਵਿੱਚੋਂ ਦੀ ਵਗ ਕੇ ਫਿਰ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦਾ ਹੈ। ਦਰਿਆਵਾਂ ਦੇ ਜ਼ਰੀਏ ਰੇਤਾ ਜਿਹੜੀ ਹੈ ਉਹ ਆਉਂਦੀ ਹੈ। ਦੁਨੀਆ ਭਰ ਦੇ ਵਿੱਚ ਇਹੋ ਜਿਹਾ ਸਿਸਟਮ ਹੈ। ਹੁਣ ਰੇਤਾ ਨੂੰ ਲੈ ਕੇ ਕੀ ਪੰਜਾਬ ਦਾ ਮਸਲਾ ਹੈ ਰੇਤਾ? ਜਰਾ ਸੋਚੋ, ਕੀ ਸਿਰਫ ਪੰਜਾਬ ਦਾ ਹੀ ਮਸਲਾ ਹੋਵੇਗਾ? ਨਹੀਂ, ਦੁਨੀਆ ਭਰ ਦੇ ਵਿੱਚ ਕਿਤੇ ਵੀ ਸੜਕ ਬਣਦੀ ਹੈ, ਕੋਈ ਬਿਲਡਿੰਗ ਖੜੀ ਹੁੰਦੀ ਹੈ, ਤੇ ਰੇਤਾ ਜਿਹੜੀ ਹੈ ਉਹ ਸੀਮੈਂਟ ਦੇ ਵਿੱਚ ਮਿਕਸ ਹੋ ਕੇ ਉਹ ਜਿਹੜੀ ਵਰਤੀ ਜਾਣ ਵਾਲੀ ਇੱਕ ਅਜਿਹੀ ਸ਼ੈ ਹੈ ਕਿ UNO ਵਾਲੇ ਹੁਣ ਕਹਿੰਦੇ ਨੇ, ਸੰਯੁਕਤ ਰਾਸ਼ਟਰ ਵਾਲੇ, ਕਿ ਜਿਵੇਂ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੁਦਰਤੀ ਸੋਮਾ ਪਾਣੀ ਹੈ, ਰੇਤਾ ਦੂਸਰੇ ਨੰਬਰ ਤੇ ਆਉਂਦੀ ਹੈ, ਸੈਂਡ ਦੂਸਰੇ ਨੰਬਰ ਤੇ ਹੈ। ਤੇ ਇਸ ਨੂੰ ਸਭ ਤੋਂ ਵੱਧ ਵਰਤ ਕੌਣ ਰਿਹਾ ਇਸ ਵੇਲੇ? ਜਿਨ੍ਹਾਂ ਦੀ ਸਭ ਤੋਂ ਵੱਧ ਆਬਾਦੀ ਹੈ ਤੇ ਜਿਨ੍ਹਾਂ ਦੀ ਗਰੋਥ ਰੇਟ ਜ਼ਿਆਦਾ ਹੈ, ਇਕਨੋਮਿਕ ਗਰੋਥ ਤੇਜ਼ੀ ਨਾਲ ਅੱਗੇ ਵਧ ਰਹੇ ਨੇ। ਗਰੀਬੀ ਬਹੁਤ ਸੀ, ਹੁਣ ਇਕਨੋਮੀ ਗਰੋ ਕਰ ਰਹੀ ਹੈ, ਉਹ ਹੈ ਚੀਨ ਤੇ ਭਾਰਤ। ਇਹਨਾਂ ਕੋਲ ਅਜੇ ਰੇਤਾ ਕੀ ਇੰਨੀ ਹੈ ਕਿ ਇਸ ਤਰ੍ਹਾਂ ਲਗਾਤਾਰ ਅੰਧਾ ਧੁੰਦ ਇਹ ਰੇਤਾ ਵਰਤ ਸਕਣਗੇ? ਇਸ ਬਾਰੇ ਕੁਝ ਭਾਰਤ ਦੇ ਆਪਣੇ ਅਧਿਐਨ ਹੋਏ ਨੇ। IIT ਦੇ ਸਟੂਡੈਂਟਸ, IIT ਦੇ ਪ੍ਰੋਫੈਸਰ ਸਾਂਝਾ ਅਧਿਐਨ ਕਰਦੇ ਨੇ ਕੁਝ ਸਾਲ ਪਹਿਲਾਂ ਕਿ ਭਾਰਤ ਵਿੱਚ ਉਨੀ ਰੇਤ ਸੈਂਡ ਪੈਦਾ ਨਹੀਂ ਹੋ ਰਹੀ, ਨਵੀਂ ਨਹੀਂ ਆ ਰਹੀ ਜਿੰਨੀ ਇੱਥੇ ਵਰਤੀ ਜਾ ਰਹੀ ਹੈ। ਤੇ ਫਿਰ ਹੋ ਕੀ ਰਿਹਾ? ਦਰਿਆਵਾਂ ਦੇ ਕੰਢੇ ਖੁਰ ਰਹੇ ਨੇ, ਬੀਚਸ ਜਿਹੜੇ ਨੇ ਉਹ ਖੁਰ ਰਹੇ ਨੇ, ਨਾਲ ਦੀ ਨਾਲ ਪਹਾੜਾਂ ਦੇ ਵਿੱਚੋਂ ਜਿੱਥੋਂ ਰੇਤਾ ਬੇਸਾਬਾਈ ਜਿਹੜੀ ਆ ਕੱਢੀ ਜਾ ਰਹੀ ਹੈ, ਪਹਾੜ ਖਿਸਕ ਰਹੇ ਨੇ, ਹਾਦਸੇ ਹੋ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਇਲੀਗਲ ਨੂੰ ਤੇ ਇੱਕ ਪਾਸੇ ਰੱਖ ਦਿਓ, ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਜਿਸ ਦੇ ਨਾਲ ਰੇਤਾ ਕੱਢੀ ਜਾਂਦੀ ਹੈ, ਲੀਗਲ ਤਰੀਕੇ ਨਾਲ ਵੀ ਇਸ ਤਰ੍ਹਾਂ ਦੀਆਂ ਸਾਈਟਸ ਜਿਹੜੀਆਂ ਹਜ਼ਾਰਾਂ ਸਾਈਟਸ ਆਇਡੈਂਟੀਫਾਈ ਕੀਤੀਆਂ ਗਈਆਂ ਉੱਤਰੀ ਭਾਰਤ ਦੇ ਵਿੱਚ, ਜਿੱਥੋਂ ਰੇਤਾ ਜਿਹੜੀ ਹੈ ਧੜਾ ਧੜ ਕੱਢੀ ਜਾ ਰਹੀ ਹੈ ਤੇ ਸਰਕਾਰਾਂ ਨੂੰ ਅੰਦਾਜ਼ਾ ਹੀ ਕੋਈ ਨਹੀਂ ਕਿ ਸਾਡਾ ਅਕਸਰ ਬਣੇਗਾ ਕੀ।
ਰੇਤ ਦੇ ਬਾਰੇ ਇੱਕ ਮੋਟਾ ਜਿਹਾ ਅੰਦਾਜ਼ਾ ਹੈ ਕਿ ਦੁਨੀਆ ਵਿੱਚ ਇੱਕ ਸਾਲ ਦੀ 50 ਬਿਲੀਅਨ ਟਨ ਜਿਹੜੀ ਹੈ ਉਹ ਰੇਤਾ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ, ਮੋਟੇ ਜਿਹੇ ਅੰਦਾਜ਼ੇ ਮੁਤਾਬਕ। ਤੇ ਜਿਹੜੀ ਗੈਰ ਕਾਨੂੰਨੀ ਹੋਵੇਗੀ ਉਸ ਦਾ ਅੰਦਾਜ਼ਾ ਹੀ ਕੋਈ ਨਹੀਂ। ਪਕੜ ਢਿੱਲੀ ਹੈ ਸਰਕਾਰਾਂ ਦੀ, ਤੇ ਇਸ ਦੇ ਬਾਰੇ ਖੋਜ ਤੋਂ ਸਖਣੇ ਨੇ ਬਹੁਤੇ ਦੇਸ਼। ਇਲੀਗਲ ਤੇ ਲੀਗਲ ਹੁਣ ਦੱਸੇ ਜਾਂਦੇ ਕਿ 2019 ਦੇ ਵਿੱਚ ਭਾਰਤ ਵਿੱਚ ਇੱਕ ਸਾਲ ਦੀ 60 ਮਿਲੀਅਨ ਟਨ ਜਿਹੜੀ ਹੈ ਉਹ ਰੇਤਾ ਜਿਹੜੀ ਹੈ ਉਹ ਵਰਤੀ ਗਈ। ਇਹ ਕਾਨੂੰਨੀ ਤਰੀਕੇ ਵਾਲੀ ਹੋਵੇਗੀ, ਤੇ ਗੈਰ ਕਾਨੂੰਨੀ ਵਾਲੀ ਤੇ ਤੁਸੀਂ ਗੱਲ ਹੀ ਨਾ ਕਰੋ। ਰੇਤਾ ਪੈਦਾ ਨਹੀਂ ਹੋ ਰਹੀ, ਪਰ ਅਸੀਂ ਵਰਤ ਜ਼ਿਆਦਾ ਰਹੇ ਹਾਂ। ਇਸ ਨਾਲ ਕੀ ਨੁਕਸਾਨ ਹੋ ਰਿਹਾ? ਕੰਸਟਰਕਸ਼ਨ ਬੂਮ ਸਭ ਕੁਝ ਖਿੱਚ ਕੇ ਲੈ ਕੇ ਜਾ ਰਿਹਾ। ਹਰ ਇਮਾਰਤ ਦੇ ਵਿੱਚ ਰੇਤਾ ਵਰਤੀ ਜਾ ਰਹੀ ਹੈ, ਪਰ ਹੋਵੇਗਾ ਕੀ? ਇਸ ਦਾ ਅਸਰ ਕਿਸ ਤੇ ਪੈ ਰਿਹਾ? ਜਾਨਵਰਾਂ ਤੇ ਵੀ ਪੈ ਰਿਹਾ, ਸਾਡੇ ਜੰਗਲਾਂ ਤੇ ਵੀ ਪੈ ਰਿਹਾ, ਤੇ ਹੋਰ ਜਿਹੜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੁਦਰਤੀ ਸੋਮਾ ਹੈ ਉਸਦੇ ਜੋ ਫਿਰ ਹੁੰਦੇ ਨੇ ਜ਼ਮੀਨ ਦੇ ਵਿੱਚ, ਔਰ ਜ਼ਮੀਨ ਦੇ ਵਿੱਚ ਪਾਣੀ ਸਟੋਰ ਕਰਕੇ ਰੱਖਣ ਲਈ ਲੋੜੀਂਦੇ ਤੱਤ, ਜਿਸ ਤਰ੍ਹਾਂ ਪੱਥਰ ਹੈ, ਰੇਤ ਹੈ, ਉਹ ਵੀ ਜਿਹੜੇ ਨੇ ਆਪਣਾ ਸਿਸਟਮ ਬਦਲੀ ਕਰ ਰਹੇ ਨੇ, ਕਿਉਂਕਿ ਰੇਤਾ ਬੇਹਿਸਾਬੀ ਵਰਤ ਹੋ ਰਹੀ ਹੈ। ਤੇ ਫਿਰ ਕੀ ਹੋਵੇਗਾ ਕਿ ਸਾਡਾ ਪਾਣੀ ਵੀ ਘਟਦਾ ਜਾਵੇਗਾ, ਸਾਡੇ ਕੋਲ ਪਾਣੀ ਸਟੋਰ ਕਰਨ ਲਈ ਵੀ ਕੁਝ ਨਹੀਂ ਹੋਵੇਗਾ। ਹੁਣ ਇਹ ਹੈ, ਇਸ ਦਾ ਇਲਾਜ ਕੀ ਹੈ? ਇੱਕ ਤੇ ਇਹ ਹੈ ਕਿ ਜਦੋਂ ਕਹਿੰਦੇ ਨੇ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜਦੋਂ ਸਾਨੂੰ ਇਹ ਗੱਲ ਸਮਝ ਆ ਗਈ ਕਿ ਰੇਤਾ ਜਿਹੜੀ ਹੈ ਕੋਈ ਆਮ ਖਣਿਜ ਨਹੀਂ ਹੈ, ਇਹ ਛੋਟਾ ਮਿਨਰਲ ਹੈ, ਇਸ ਨੂੰ ਸਾਂਭ ਕੇ ਵਰਤੋ ਤੇ ਇਸ ਨੂੰ ਰੈਗੂਲਰ ਕਰੋ, ਇਸ ਦੀ ਕੀਮਤ ਵਿੱਚ ਵਾਧਾ ਹੋਵੇਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹੁਣ ਰੇਤਾ ਸਸਤੀ ਨਹੀਂ ਹੋਣ ਵਾਲੀ। ਜੇ ਸਸਤੀ ਕਰਾਂਗੇ, ਲੋਕ ਇਸ ਨੂੰ ਬੇਤਹਾਸ਼ਾ ਵਰਤਣਗੇ ਤੇ ਬੇਕਿਰਕੀ ਨਾਲ ਵਰਤਣਗੇ। ਤੇ ਇਸ ਦੇ ਬਾਰੇ ਕੋਈ ਵੱਡੀ ਗੱਲ ਨਹੀਂ ਕਿ ਜਿਵੇਂ ਸੀਮੈਂਟ ਜਿਹੜਾ ਹੈ ਬੋਰਿਆਂ ਵਿੱਚ ਪਾ ਕੇ ਆਉਣ ਲੱਗ ਪਿਆ, ਫਲਾਈ ਐਸ਼, ਤੇ ਇਸ ਤਰ੍ਹਾਂ ਰੇਤਾ ਵੀ ਬੋਰਿਆਂ ਦੇ ਵਿੱਚ ਮਹਿੰਗੀ ਵਿਕਿਆ ਕਰੇਗੀ, ਤੇ ਫਿਰ ਸਾਨੂੰ ਸਮਝ ਆਵੇਗੀ ਕਿ ਇਸ ਦੀ ਕੀ ਕੀਮਤ ਹੈ। ਇੱਕ ਹੋਰ ਗੱਲ, ਰੇਤਾ ਦੇ ਮਾਮਲੇ ਦੇ ਵਿੱਚ ਸਰਕਾਰਾਂ ਸੁੱਤੀਆਂ ਕਿਉਂ ਪਈਆਂ ਨੇ? ਕਿਉਂਕਿ ਇਸ ਦੇ ਨਾਲ ਮਾਫੀਆ ਰਾਜ ਸਥਾਪਿਤ ਹੋ ਚੁੱਕਾ ਹੈ ਭਾਰਤ ਵਿੱਚ, ਤੇ ਮਾਫੀਆ ਰਾਜ ਸਿੱਧੇ ਤੌਰ ਤੇ ਸਿਆਸਤਦਾਨਾਂ ਨਾਲ ਜੁੜਿਆ ਹੁੰਦਾ ਹੈ। ਸਿਆਸਤਦਾਨਾਂ ਨਾਲ ਜੁੜਿਆ ਹੋਣ ਕਰਕੇ ਉਹ ਇਹ ਸੋਚ ਰਹੇ ਨੇ ਆਪ ਮੋਏ ਜਗ ਭਰ ਲਓ। ਅੱਜ ਅਸੀਂ ਇੱਥੇ ਹਾਂ, ਅਸੀਂ ਜਾਇਦਾਦਾਂ ਬਣਾ ਲਈਆਂ ਨੇ, ਨਾ ਹੋਵੇਗਾ ਇਹ ਰਹਿਣ ਨਾ ਯੋਗ ਹੋਵੇਗਾ ਮੁਲਕ, ਤੇ ਕਿਤੇ ਹੋਰ ਜਾ ਕੇ ਵਸ ਲਵਾਂਗੇ, ਕੋਈ ਆਈਲੈਂਡ ਖਰੀਦ ਲਵਾਂਗੇ। ਇਹ ਕੋਈ ਨਹੀਂ ਸੋਚ ਰਿਹਾ ਕਿ ਅਸੀਂ ਭਵਿੱਖ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਆਪਣੇ ਬੱਚਿਆਂ ਲਈ, ਕੀ ਮੌਸਮ, ਕੀ ਜਲਵਾਯੂ ਤੇ ਕੀ ਸਿਸਟਮ ਦੇ ਕੇ ਜਾ ਰਹੇ ਹਾਂ। ਧੜਾ ਧੜ ਰੇਤਾ ਕੱਢੀ ਜਾ ਰਹੀ ਹੈ। ਇਸ ਗੱਲ ਬਾਰੇ ਬਹੁਤ ਬਾਰੀਕੀ ਨਾਲ ਸੋਚਣ ਦੀ ਲੋੜ ਹੈ। ਨਾਲ ਦੀ ਨਾਲ ਇੱਕ ਹੋਰ ਸਰਕਾਰ ਨੇ ਇੱਕ ਸਕੀਮ ਦਿੱਤੀ ਹੋਈ ਹੈ ਕਿ ਜੋ ਐਗਰੀ ਖੇਤਰ ਦੇ ਵਿੱਚੋਂ ਫਸਲ ਦਾ ਰੈਜ਼ੀਡਿਊ ਬਚਦਾ ਹੈ, ਭਾਵ ਕਿ ਰਹਿੰਦ ਖੂੰਦ, ਭਾਵੇਂ ਉਹ ਝੋਨੇ ਦੀ ਹੋਵੇ, ਭਾਵੇਂ ਉਹ ਕਮਾਦ ਦੀ ਹੋਵੇ, ਭਾਵੇਂ ਕਣਕ ਦੀ ਹੋਵੇ, ਉਸ ਨੂੰ ਪ੍ਰੋਸੈਸ ਕਰਕੇ ਇਸ ਤਰ੍ਹਾਂ ਦੇ ਸਿਸਟਮ ਬਣਾਏ ਗਏ ਨੇ ਕਿ ਬਿਲਡਿੰਗ ਮਟੀਰੀਅਲ ਉਸ ਤੋਂ ਤਿਆਰ ਕੀਤੇ ਜਾ ਸਕਣ। ਹੁਣ ਇਸ ਦੇ ਬਾਰੇ ਸਰਕਾਰ ਨੇ ਇੱਕ ਸਕੀਮ, ਜੋ ਕਹਿੰਦੇ ਨੇ ਕਿ ਚੰਗੀ ਸਕੀਮ ਹੈ, ਉਹ ਚਲਾਈ ਹੋਈ ਹੈ। ਪਰ ਉਹ ਸਕੀਮ ਪਹਿਲਾਂ ਮੈਂ ਦੱਸ ਦੇਵਾਂ, ਫਿਰ ਮੈਂ ਦੱਸਾਂਗਾ ਕਿ ਉਸ ਸਕੀਮ ਤੋਂ ਫਾਇਦਾ ਕਿੰਨੇ ਲੋਕ ਲੈ ਸਕਦੇ ਨੇ ਤੇ ਲੈ ਕਿੰਨੇ ਰਹੇ ਨੇ। ਉਹ ਸਕੀਮ ਇਹ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਡਕਸ਼ਨ ਕਰਦਾ ਹੈ ਜਿਹੜਾ ਖੇਤੀਬਾੜੀ ਜਾਂ ਹੋਰ ਕਿਸੇ ਰਹਿੰਦ ਖੂੰਦ ਤੋਂ ਬਿਲਡਿੰਗ ਮਟੀਰੀਅਲ ਤਿਆਰ ਕਰਕੇ ਲੋਕਾਂ ਨੂੰ ਦਿੰਦਾ, ਤਾਂ ਉਸ ਦੀ ਟੈਕਸ ਦੀ ਪਰਸੈਂਟੇਜ ਜਿਹੜੀ ਹੈ ਉਹ ਅੱਧੇ ਤੋਂ ਵੀ ਘੱਟ ਹੈ ਦੂਸਰੀਆਂ ਨਾਲੋਂ, ਜਿਹੜੀਆਂ ਸਿੱਧੀਆਂ ਸਾਨੂੰ ਕੰਕਰੀਟ ਤੇ ਹੋਰ ਇਸ ਨਾਲ ਸੰਬੰਧਿਤ ਸਮਾਨ ਵੇਚਦੀਆਂ ਨੇ। ਹੁਣ ਵਰਤ ਕਿੰਨੇ ਰਹੇ ਨੇ ਲੋਕ? ਕਹਿੰਦੇ ਨੇ ਕਿ ਪੂਰੇ ਭਾਰਤ ਵਿੱਚ ਸਿਰਫ 2 ਕੰਪਨੀਆਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ। ਹੁਣ ਸਰਕਾਰ ਨੇ ਸਕੀਮ ਤਾਂ ਕੱਢੀ ਹੋਈ ਹੈ, ਪਰ ਫਾਇਦਾ ਸਰਕਾਰ ਦੀ ਸਕੀਮ ਦਾ ਜੇ ਕੋਈ ਨਹੀਂ ਉਠਾ ਰਿਹਾ ਤੇ ਜ਼ਰੂਰ ਹੀ ਸਕੀਮ ਦੇ ਵਿੱਚ ਨੁਕਸ ਹੋਵੇਗਾ। ਸਰਕਾਰਾਂ ਨੂੰ ਸਖਤੀ ਵਰਤਣੀ ਪਏਗੀ, ਨਹੀਂ ਤੇ ਉਹ ਦਿਨ ਦੂਰ ਨੇ ਜਿੱਦਣ ਸਾਡੇ ਖਣਿਜ ਜਿਹੜੇ ਨੇ ਪੈਰਾਂ ਥੱਲੇੋਂ ਨਿਕਲਦੇ ਜਾਣਗੇ, ਤੇ ਕੋਠੀਆਂ ਤੇ ਅਸੀਂ 100 ਮੰਜ਼ਲੀਆਂ ਇਮਾਰਤਾਂ ਤੇ ਖੜੀਆਂ ਕਰ ਲਈਆਂ, ਪਰ ਉਹਨਾਂ ਨੂੰ ਖੜੇ ਕਰਨ ਵਾਸਤੇ ਜੋ ਅਸੀਂ ਖਣਿਜ ਵਰਤ ਰਹੇ ਹਾਂ, ਇਹ ਭਾਈ ਸਾਨੂੰ ਖੁੱਲ੍ਹਾ ਮਿਲਣਾ ਨਹੀਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਗੱਲ ਛੇਤੀ ਤੋਂ ਛੇਤੀ ਸਮਝ ਲੈਣੀ ਚਾਹੀਦੀ ਹੈ। ਜੀ ਕੁਲਦੀਪ ਜੀ, ਜਾਂਦੇ ਜਾਂਦੇ ਗੱਲ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਕਰਦੇ ਹਾਂ। ਭਾਰਤ ਆ ਕੇ JCB ਦੀ ਘਰ ਬੈਠੇ ਨੇ ਸਵਾਰੀ ਪੈ ਗਈ ਭਾਰੀ, ਤੇ ਵਿਰੋਧੀ ਕਹਿੰਦੇ ਕੱਢ ਅਸਤੀਫਾ। ਐਡੀ ਕੀ ਗੱਲ ਹੋ ਗਈ? ਅਸਤੀਫਾ ਤਾਂ ਬਹੁਤਾ ਨਹੀਂ, ਉਹਨਾਂ ਤੋਂ ਮੰਗਿਆ, ਐਕਸਪਲੇਨੇਸ਼ਨ ਮੰਗੀ ਹੈ। ਇੱਕ ਨਾਮ ਹੈ ਜੋਜ਼ਫ ਸਿਰਲ ਬੈਮਫੋਰਡ। ਇਹ ਇੰਗਲਿਸ਼ ਐਂਟਰਪ੍ਰੈਨਿਓਰ ਹੋਏ ਨੇ, ਬਿਜ਼ਨਸਮੈਨ। ਬਹੁਤ ਸਾਲ ਪਹਿਲਾਂ ਉਹਨਾਂ ਨੇ ਇੱਕ ਕੰਪਨੀ ਸ਼ੁਰੂ ਕੀਤੀ ਸੀ ਜੋ ਜ਼ਮੀਨ ਤੋਂ ਵਿੱਚੋਂ ਐਕਸਕੇਵੇਟ, ਇੱਕ ਤਾਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿੰਨਾ ਜ਼ਿਆਦਾ ਨੁਕਸਾਨ ਸਾਡੀਆਂ ਇਹਨਾਂ ਮਸ਼ੀਨਾਂ ਨੇ ਕੀਤਾ ਹੈ, ਖਣਿਜ ਦੀ, ਅਸੀਂ ਰੇਤਾ ਦੀ ਗੱਲ ਕਰ ਰਹੇ ਸੀ ਨਾ, ਉਸੇ ਸੰਬੰਧ ਦੇ ਵਿੱਚ ਜੋ ਨੁਕਸਾਨ ਇਹਨਾਂ ਮਸ਼ੀਨਾਂ ਨੇ ਕੀਤਾ ਪਹਿਲਾਂ ਕਦੇ ਨਹੀਂ ਹੋਇਆ। ਹੁਣ ਇਹ ਜੋਜ਼ਫ ਸਿਰਲ ਬੈਮਫੋਰਡ JCB,
ਇਹ ਕੰਪਨੀ ਇਹਨਾਂ ਨੇ ਸ਼ੁਰੂ ਕੀਤੀ ਹੋਈ ਸੀ। ਅਸਲ ਵਿੱਚ ਅਸੀਂ JCB ਕਹਿ ਦਿੰਦੇ ਆ ਇਸ ਮਸ਼ੀਨ ਨੂੰ, ਜਿਹੜੀ ਪੰਜਾਬ ਵਿੱਚ ਇੰਨੀ ਜ਼ਿਆਦਾ ਫੇਮਸ ਹੈ। ਕਦੀ ਉਸ ਨਾਲ ATM ਪੁੱਟ ਕੇ ਲੈ ਜਾਂਦੇ ਨੇ, ਕਦੀ ਉਸ ਨਾਲ ਛੱਪੜ ਪੂਰ ਦਿੱਤਾ ਜਾਂਦਾ ਹੈ, ਕਦੀ ਕਿਸੇ ਦਾ ਮਕਾਨ ਢਾਹ ਦਿੱਤਾ ਜਾਂਦਾ ਹੈ, ਕਦੀ ਕੁਝ ਚੰਗੇ ਮਾੜੇ ਕਾਰਨਾਂ ਕਰਕੇ JCB ਨਾਮ ਜਿਹੜਾ ਫੇਮਸ ਹੋ ਗਿਆ। ਅਸਲ ਵਿੱਚ ਉਸ ਮਸ਼ੀਨ ਦਾ ਨਾਮ JCB ਨਹੀਂ ਹੈ, ਉਹ ਬੈਕਹੋ ਹੈ, BACKHOE। ਚਲੋ ਅਸੀਂ ਇਸ ਦੇ ਬਾਰੇ ਇਹ ਜਾਣਕਾਰੀ ਦਰਸ਼ਕਾਂ ਨੂੰ ਦੇਣ ਲੱਗੇ ਹਾਂ ਕਿ ਬੋਰਿਸ ਜੌਨਸਨ ਭਾਰਤ ਦੇ ਦੌਰੇ ਤੇ ਆਏ ਸੀ ਤੇ ਉੱਥੇ ਆਉਣ ਤੋਂ ਪਹਿਲਾਂ, ਭਾਰਤ ਆਉਣ ਤੋਂ ਪਹਿਲਾਂ ਉਹਨੇ ਕੁਝ ਵਾਅਦੇ ਕੀਤੇ ਸੀ ਉੱਥੇ ਲੋਕਾਂ ਨਾਲ ਬੈਕ ਤੇ ਮੀਡੀਆ ਨਾਲ ਗੱਲਬਾਤ 'ਚ ਕਿ ਭਾਰਤ ਵਿੱਚ ਜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਹੋਵੇਗੀ, ਜੇ ਕੋਈ ਕੰਸਰਨ ਹੈ ਤੇ ਮੈਂ ਉਹਨਾਂ ਨਾਲ ਗੱਲ ਜ਼ਰੂਰ ਕਰਕੇ ਆਵਾਂਗਾ। ਤੇ ਇੱਥੇ ਆ ਕੇ ਸਾਹਿਬ ਜੀ ਪਤਾ ਨਹੀਂ ਕਿੱਥੇ ਗਵਾਚ ਗਏ ਤੇ ਉਹਨਾਂ ਨੇ ਆਪਣੇ ਇੱਕ ਬਿਜ਼ੀ ਸਕੈਜੂਲ ਦੇ ਵਿੱਚੋਂ ਉਹਨਾਂ ਨੇ ਜਿਹੜੇ ਕੰਮ ਕੀਤੇ ਉਹ ਸਾਰਿਆਂ ਨੇ ਦੇਖੇ ਤੇ ਉਹਨਾਂ ਨੇ ਗੱਲ ਕਿਧਰੇ ਕੀਤੀ ਨਹੀਂ ਤੇ ਨਰਿੰਦਰ ਮੋਦੀ ਨਾਲ ਵਾਹਵਾ ਯਾਰੀ ਪੁਗਾ ਕੇ ਉਹ ਗਏ ਨੇ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਬਾਰੇ ਕੀ ਗੱਲ ਕੀਤੀ ਹੈ ਤੇ ਉਹਨਾਂ ਨੇ ਬੜਾ ਗੋਲ-ਮੋਲ ਜਿਹਾ ਜਵਾਬ ਦਿੱਤਾ ਜੋ ਕਿਸੇ ਪਾਸੇ ਵੀ ਇਹ ਸਾਬਤ ਨਹੀਂ ਕਰਦਾ ਕਿ ਉਹਨਾਂ ਨੇ ਕੋਈ ਗੱਲ ਕੀਤੀ ਹੈ। ਦੇਖੋ ਜੀ, ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ, ਇਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਇਹ ਕਨਸਟੀਟਿਊਸ਼ਨਲ ਤਰੀਕੇ ਨਾਲ ਸੰਵਿਧਾਨਕ ਲੋਕਾਂ ਨੂੰ ਹੱਕ ਦਿੱਤੇ ਗਏ ਨੇ। ਠੀਕ ਹੈ ਜੀ, ਗੱਲ ਮੁੱਕੀ। ਪਰ JCB ਦਾ ਇੱਕ ਪਲਾਂਟ ਜੋ ਮਸ਼ੀਨ, ਇਹ ਜਿਹੜੇ ਤੁਹਾਨੂੰ ਵਿਅਕਤੀ ਦਾ ਨਾਮ ਦੱਸਿਆ ਜਿਨ੍ਹਾਂ ਨੇ JCB ਕੰਪਨੀ ਸ਼ੁਰੂ ਕੀਤੀ ਸੀ, ਇੰਗਲੈਂਡ ਦੇ ਸਨ ਉਹਨਾਂ ਦੀ ਮੌਤ ਹੋ ਚੁੱਕੀ ਹੈ, ਪਰ ਕੰਪਨੀ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਤੇ ਭਾਰਤ ਵਿੱਚ ਇਸ ਦੇ ਕਈ ਪਲਾਂਟ ਲੱਗੇ ਹੋਏ ਨੇ। ਹੁਣ ਨਾਮਵਰ ਕੰਪਨੀ ਹੈ, ਉਸਨੇ ਇੱਕ ਨਵਾਂ ਪਲਾਂਟ ਚਾਲੂ ਕਰਨਾ ਸੀ ਤੇ ਉਸ ਦੇ ਉਦਘਾਟਨ ਵਾਸਤੇ ਬੋਰਿਸ ਜੌਨਸਨ ਨੂੰ ਬੁਲਾ ਲਿਆ ਕਿ ਚਲੋ ਸਾਡਾ ਪ੍ਰਧਾਨ ਮੰਤਰੀ ਉੱਥੋਂ ਆਇਆ ਹੋਇਆ ਤੇ ਇਹਨਾਂ ਕੋਲੋਂ ਫੀਤਾ ਕਟਵਾ ਲੈਂਦੇ ਆ। ਤੇ ਜਨਾਬ ਹੋਰੀ ਰੁਕੇ ਨਹੀਂ, ਉਹ ਵਿੱਚ ਬੈਠ ਕੇ ਡਰਾਈਵਰ ਦੀ ਸੀਟ ਤੇ ਵੀ ਬੈਠੇ ਤੇ ਉਸਦੇ ਸਾਈਡ ਤੇ ਖੜੇ ਹੋ ਕੇ ਹੱਥ ਵੀ ਹਿਲਾਇਆ ਇੰਝ ਤੇ ਲੋਕਾਂ ਨੂੰ ਬੇਵਕੂਫ ਕੀਤਾ ਤੇ ਫੋਟੋਆਂ ਖਿਚਵਾ ਕੇ ਪੂਰੀ ਦੁਨੀਆ ਦੇ ਵਿੱਚ ਲਗਵਾਈਆਂ। ਹੁਣ ਇਸ ਤੋਂ ਔਖਾ ਕੌਣ ਹੋਇਆ? ਨਾਇਦੀਆ ਵਿਟੋਮ, ਨਾਜ਼ ਸ਼ਾਹ ਤੇ ਐਮਨੈਸਟੀ ਇੰਡੀਆ, ਐਮਨੈਸਟੀ ਇੰਟਰਨੈਸ਼ਨਲ, ਜੋ ਦੁਨੀਆ ਭਰ ਦੇ ਵਿੱਚ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਸੰਸਥਾ ਕੰਮ ਕਰਦੀ ਹੈ ਤੇ ਭਾਰਤ ਸਰਕਾਰ ਨੂੰ ਬਹੁਤੀ ਪਸੰਦ ਨਹੀਂ ਹੈ ਉਹ, ਹੋਰਨਾਂ ਕਈਆਂ ਦੇਸ਼ਾਂ 'ਚ ਵੀ ਇਹੋ ਹੀ ਹਾਲ ਹੈ। ਉਹਨਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਜਨਾਬ ਇਹ ਉਹੀ ਮਸ਼ੀਨ ਹੈ ਜਿਸ ਦੀਆਂ ਫੋਟੋਆਂ ਕੁਝ ਦਿਨ ਪਹਿਲਾਂ ਲੋਕਾਂ ਨੇ ਜਹਾਂਗੀਰਪੁਰੀ ਤੇ ਹੋਰ ਇਲਾਕਿਆਂ ਦੇ ਵਿੱਚ ਦੇਖਿਆ, ਜਿੱਥੇ ਇਸੇ ਮਸ਼ੀਨ ਦੇ ਨਾਲ, ਜਿੱਥੇ ਵੱਡੇ ਸਾਈਨ ਜਿਹੜੇ ਸੀ ਉਹ ਲੱਗੇ ਹੋਏ ਸੀ ਮਸ਼ੀਨ ਦੇ ਤੇ ਉਹਦਾ ਮਾਰਕ ਜਿਹੜਾ ਸੀ ਪੜ੍ਹਿਆ ਜਾ ਸਕਦਾ ਸੀ। ਮੁਸਲਮਾਨਾਂ ਦੇ ਘਰ ਢਾਹ ਦਿੱਤੇ ਗਏ, ਦੁਕਾਨਾਂ ਢਾਹ ਦਿੱਤੀਆਂ ਗਈਆਂ ਤੇ ਤੁਸੀਂ ਇਹ ਕੀ ਕੀਤਾ? ਤੁਸੀਂ ਇਹ ਫੋਟੋ ਖਿਚਾਉਣ ਲੱਗੇ ਸੋਚਿਆ ਨਾ ਕਿ ਮੈਂ ਕਿਸ ਕੰਮ ਵਾਸਤੇ ਜਾ ਰਿਹਾ? ਮਸ਼ੀਨ ਦਾ ਜਾਂ ਕੰਪਨੀ ਦਾ ਤਾਂ ਕਸੂਰ ਨਹੀਂ ਹੈ ਕੋਈ, ਪਰ ਕੀ ਜਾਣ ਬੁੱਝ ਕੇ ਬੋਰਿਸ ਜੌਨਸਨ ਦੀ ਮੋਹਰ ਲਗਵਾਈ ਗਈ ਕਿ ਇਹ ਉਹੀ ਮਸ਼ੀਨਾਂ ਸੀ ਜਿਨ੍ਹਾਂ ਤੇ ਸਾਨੂੰ ਦੁਨੀਆ ਕਹਿ ਰਹੀ ਹੈ ਕਿ ਤੁਸੀਂ ਧੱਕੇਸ਼ਾਹੀ ਕੀਤੀ ਹੈ ਤੇ ਘਰ ਢਾਹ ਦਿੱਤੇ ਨੇ, ਤੇ ਹੁਣ ਅਸੀਂ ਬੋਰਿਸ ਜੌਨਸਨ ਨੂੰ ਉਹਨਾਂ ਮਸ਼ੀਨਾਂ ਨਾਲ ਹੀ ਫੋਟੋ ਲਾ ਕੇ ਅਸੀਂ ਸਾਬਤ ਕਰ ਰਹੇ ਹਾਂ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਬੋਰਿਸ ਜੌਨਸਨ ਨੂੰ ਅਸੀਂ ਸਾਰਾ ਕੁਝ ਦਿਖਾਤਾ, ਉਹ ਵੀ ਖੁਸ਼ ਨੇ ਤੇ ਸਾਰੀ ਦੁਨੀਆ ਹੁਣ ਖੁਸ਼ ਹੀ ਹੋਣਾ ਚਾਹੁੰਦੀ ਹੈ। ਸੋ ਇਹ ਗੱਲਾਂ ਨੇ, ਇਹ ਜ਼ਾਹਿਰਾ ਤੌਰ ਤੇ ਉਹਨਾਂ ਤੋਂ ਸਵਾਲ ਤੇ ਜਦੋਂ ਵਾਪਸ ਪਹੁੰਚ ਕੇ ਸਨਮੁਖ ਹੋਣਗੇ ਸਾਰਿਆਂ ਦੇ ਤੇ ਫਿਰ ਉਹਨਾਂ ਤੋਂ ਸਵਾਲ ਤਾਂ ਪੁੱਛੇ ਜਾਣਗੇ, ਪਰ ਬੜੇ ਸ਼ਾਤਰ ਨੇ ਉਹ ਵੀ, ਗੋਲਮੋਲ ਕਰਨ ਦਾ ਉਹਨਾਂ ਨੂੰ ਖੂਬ ਵੱਲ ਆਉਂਦਾ ਹੈ। ਜੀ, ਮੁੱਦੇ ਤੇ ਹਾਲੇ ਹੋਰ ਵੀ ਬੜੇ ਨੇ, ਪਰ ਫਿਲਹਾਲ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇੱਥੇ ਖਤਮ ਹੁੰਦਾ ਹੈ। ਤੁਹਾਡਾ ਬਹੁਤ ਸ਼ੁਕਰੀਆ ਕੁਲਦੀਪ ਜੀ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਕੱਲ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।